ਮੋਦੀ ਜੀ ਇੱਥੇ ਬਹੁਤ ਸਮਾਂ ਰਹੇ ਨੇ ਆਪਣੇ ਇਸ ਪੰਚਕੂਲਾ ਵਗੈਰਾ ਤੇ ਹੋਰ, ਔਰ ਜਿੰਨੀ ਉਹਨਾਂ ਦੀ ਸਾਂਝ ਸਿੱਖੀਜ਼ਮ ਦੇ ਨਾਲ ਹੈਗੀ ਹੈ ਜਾਂ ਆਪਣੇ ਸਿੱਖਾਂ ਦੇ ਵਿੱਚ ਹੈਗੀ ਹੈ, ਉਹ ਵੀ ਕੋਈ ਇਹ ਨਹੀਂ ਹੈਗਾ ਕਿ ਉਹ ਸਾਂਝ ਨਹੀਂ ਹੈਗੀ। ਔਰ ਤੁਸੀਂ ਹੋਰ ਦੇਖੋਗੇ ਕਿ ਜਦੋਂ ਆਪਣਾ ਸੀਸਗੰਜ ਸਾਹਿਬ ਜਾਣਾ ਹੋਵੇ ਜਾਂ ਰਕਾਬਗੰਜ ਸਾਹਿਬ ਜਾਣਾ ਹੋਵੇ ਜਾਂ ਕਿਤੇ ਹੋਰ ਜਾਣਾ ਹੋਵੇ, ਉਹ ਪੂਰੇ ਨਤਮਸਤਕ ਹੁੰਦੇ ਨੇ, ਪੂਰੀ ਸ਼ਰਧਾ ਦੇ ਨਾਲ ਜਾਂਦੇ ਨੇ। ਇਹਦਾ ਜਿਹੜਾ ਸਿਹਰਾ ਸੀਗਾ ਅਲਟੀਮੇਟਲੀ ਮੋਦੀ ਜੀ ਨੂੰ ਔਰ ਇਮਰਾਨ ਖਾਨ ਜੀ ਨੂੰ ਮਿਲਿਆ ਕਿ ਉਹਨਾਂ ਨੇ ਬਹੁਤ ਵੱਡੇ ਉਪਰਾਲੇ ਕੀਤੇ ਦੋਨਾਂ ਸਰਕਾਰਾਂ ਨੇ, ਔਰ ਲਾਂਘਾ ਬਹੁਤ ਸੁੰਦਰ ਰੂਪ ਦੇ ਵਿੱਚ ਸਜਾਵਟ ਦੇ ਨਾਲ, ਬਹੁਤ ਮਿਹਨਤ ਦੇ ਨਾਲ ਇਹ ਬਣਿਆ। ਜਿਵੇਂ ਮੋਦੀ ਸਾਹਿਬ ਜਦੋਂ ਮੁੱਖ ਮੰਤਰੀ ਸੀ, ਉਦੋਂ ਉਹਨਾਂ ਨੇ ਐਮਐਸਪੀ ਤੇ ਕਾਨੂੰਨ ਬਣਾਉਣ ਦੀ ਵੀ ਗੱਲ ਕਰਦੇ ਰਹੇ ਹੈਗੇ ਆ। ਮੈਂ ਇੱਕੋ ਗੱਲ ਪੁੱਛਦਾ ਹੈਗਾ ਕਿ ਸਾਰੇ ਦਾ ਸਾਰਾ ਚਾਈਨਾ ਦਾ ਬਾਰਡਰ ਅੱਜ ਡਿਸਟਰ ਬਾਰਡਰ ਹੈਗਾ, ਔਰ ਇੰਟਰਨੈਸ਼ਨਲ ਲੈਵਲ ਤੇ ਬਹੁਤ ਕੁਝ ਗੱਲਾਂ ਹੋ ਰਹੀਆਂ ਹੈਗੀਆਂ, ਪਰ ਪੰਜਾਬ ਔਰ ਜੀਐਂਡਕੇ ਦੇ ਵਿੱਚ ਜਿਹੜੀ ਜਾਣ ਬੁੱਝ ਕੇ ਅੱਗ ਬਾਲੀ ਜਾ ਰਹੀ ਹੈਗੀ ਆ, ਬਾਰ-ਬਾਰ ਇਸ ਤਰ੍ਹਾਂ ਦੇ ਰਿਲੇਸ਼ਨ ਖਟਾਸ ਲਿਆਂਦੀ ਜਾ ਰਹੀ ਹੈਗੀ ਆ। ਕਿ ਸਭ ਤੋਂ ਪਹਿਲੀ ਜਿਹੜੀ ਮਤਲਬ ਮੰਗ ਆਈ ਹੈ ਉਹ ਪਾਕਿਸਤਾਨ ਗਵਰਨਮੈਂਟ ਵੱਲੋਂ 1 ਹਫ਼ਤਾ ਹੋ ਗਿਆ, ਮੈਂ ਸਮਝਦਾ ਕਿ ਉਦੋਂ ਤੋਂ ਨਿਊਜ਼ ਦੇ ਵਿੱਚ ਚੱਲ ਰਹੀ ਹੈ ਕਿ ਪਾਕਿਸਤਾਨ ਗਵਰਨਮੈਂਟ ਨੇ ਇੰਡੀਅਨ ਗਵਰਨਮੈਂਟ ਨੂੰ ਅਪਰੋਚ ਕੀਤਾ ਹੈ ਕਿ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਜਿਹੜਾ ਖੋਲ੍ਹ ਦੇਣਾ ਚਾਹੀਦਾ। ਹੁਣ ਜਿੰਨੇ ਵੀ ਵੱਖਰੇ ਸ਼ੇਡਸ ਹੈਗੇ ਸਾਰਿਆਂ ਨੇ ਮੰਗ ਕੀਤੀ ਹੈ, ਈਵਨ ਕਾਂਗਰਸ ਪਾਰਟੀ ਨੇ ਵੀ ਮੰਗ ਕੀਤੀ ਹੈ ਕਿ ਕਰਤਾਰਪੁਰ ਕੋਰੀਡੋਰ ਖੋਲ੍ਹ ਦੇਣਾ ਚਾਹੀਦਾ ਹੈ। ਲੇਕਿਨ ਜਿਹੜਾ ਪ੍ਰਧਾਨ ਮੰਤਰੀ ਨੂੰ ਮਿਲਣ ਦਾ ਸਮਾਂ ਉਹ ਸਿਰਫ ਇੱਕੋ ਪਾਰਟੀ ਨੂੰ ਮਿਲਿਆ, ਬਾਕੀਆਂ ਨੂੰ ਨਹੀਂ ਮਿਲਿਆ। ਚਲੋ ਇਹ ਸੈਪਰੇਟ ਇਸ਼ੂ ਹੈ, ਪਰ ਜਿਹੜੀ ਬਾਟਮ ਲਾਈਨ ਹੈ ਅਸੀਂ ਇਹ ਚਾਹੁੰਦੇ ਹਾਂ ਕਿ ਕਰਤਾਰਪੁਰ ਦਾ ਜਿਹੜਾ ਲਾਂਘਾ ਹੈਗਾ ਖੁੱਲ੍ਹੇ ਤੇ ਸਿੱਖ ਜਿਹੜੇ ਆ ਉੱਥੇ ਨਤਮਸਤਕ ਹੋਣ ਤੇ ਆਪਣੀਆਂ ਜਿਹੜੇ ਅਕੀਦਾ ਉੱਥੇ ਪੇਸ਼ ਕਰ ਸਕਣ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ। ਨਜ਼ਰੀਏ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ। ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਧਰਤ, ਕਿਰਤ ਅਤੇ ਮਾਨਵਤਾ ਦਾ ਸਨੇਹਾ ਵਾਲੀ ਧਰਤ ਕਰਤਾਰਪੁਰ ਸਾਹਿਬ, ਦੁਨੀਆ ਭਰ 'ਚ ਬੈਠੀਆਂ ਸਿੱਖ ਸੰਗਤਾਂ ਲਾਂਘਾ ਖੁੱਲ੍ਹਣ ਦੇ ਲਈ ਜਿਹੜੀਆਂ ਮੁੜ ਅਰਦਾਸਾਂ ਕਰ ਰਹੀਆਂ, ਲੱਗਦਾ ਉਹਨਾਂ ਨੂੰ ਬੂਰ ਪੈਂਦਾ ਨਜ਼ਰ ਆ ਰਿਹਾ ਹੈ। ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਵੱਲੋਂ, ਖਾਸ ਤੌਰ ਤੇ ਜਿਹੜੇ ਪੰਜਾਬ ਨਾਲ ਸੰਬੰਧ ਰੱਖਦੀ ਲੀਡਰਸ਼ਿਪ ਹੈ, ਉਹਨਾਂ ਵੱਲੋਂ ਪ੍ਰਧਾਨ ਮੰਤਰੀ, ਮੁਲਕ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਕੇ ਮੰਗ ਕੀਤੀ ਗਈ ਹੈ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ ਜਾਵੇ। ਇਸ ਲਾਂਘੇ ਦੀ ਜਿੱਥੇ ਧਾਰਮਿਕ ਤੌਰ ਤੇ ਮਹੱਤਤਾ ਹੈ ਹੀ ਹੈ, ਉੱਥੇ ਸਮਾਜਿਕ ਤੌਰ ਤੇ ਦੁਨੀਆ 'ਚ ਇੱਕ ਸ਼ਾਂਤੀ ਤੇ ਮਾਨਵਤਾ ਦਾ ਸੁਨੇਹਾ ਦੇਣ ਦੇ ਤੌਰ ਤੇ ਵੀ ਇੱਕ ਬਹੁਤ ਵੱਡੀ ਅਹਿਮੀਅਤ ਹੈ ਇਸ ਜਗ੍ਹਾ ਦੇ ਨਾਲ। ਜਦੋਂ ਕਰੋਨਾ ਦੇ ਚੱਲਦਿਆਂ ਇਹ ਲਾਂਘਾ ਬੰਦ ਕੀਤਾ ਗਿਆ ਤਾਂ ਹੁਣ ਉਸ ਤੋਂ ਬਾਅਦ ਪ੍ਰਸਥਿਤੀਆਂ ਬਦਲ ਚੁੱਕੀਆਂ, ਚਾਹੇ ਸਮਾਜਿਕ, ਚਾਹੇ ਰਾਜਸੀ, ਚਾਹੇ ਧਾਰਮਿਕ ਖੇਤਰ ਦੀ ਗੱਲ ਕਰ ਲਈਏ, ਤਾਂ ਫਿਰ ਕਰਤਾਰਪੁਰ ਸਾਹਿਬ ਦਾ ਲਾਂਘਾ ਕਿਉਂ ਨਾ ਖੋਲ੍ਹਿਆ ਜਾਵੇ। ਇਹਨਾਂ ਮੁੱਦਿਆਂ ਤੇ ਮੇਰੇ ਨਾਲ ਪੈਨਲ 'ਚ ਮੇਰੀ ਬੇਨਤੀ ਪ੍ਰਵਾਨ ਕਰਕੇ ਸਾਡੇ ਜਿਹੜੇ ਕਦਾਮਾਰ ਮਹਿਮਾਨ ਐਸ.ਐਸ. ਚੰਨੀ ਜੀ, ਸੀਨੀਅਰ ਆਈਐਸ ਅਧਿਕਾਰੀ ਤਾਂ ਰਹੀ ਹੈ, ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਨੇ, ਅਮਰਦੀਪ ਸਿੰਘ ਤਾਰਨੀ ਜੀ, ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ, ਅਮਰਿੰਦਰ ਸਿੰਘ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਹੇ ਨੇ, ਸੰਯੁਕਤ ਅਕਾਲੀ ਦਲ ਦੇ ਬੁਲਾਰੇ। ਤਿੰਨੇ ਮਹਿਮਾਨਾਂ ਨੂੰ ਤੁਹਾਡੇ ਸਾਰਿਆਂ ਵੱਲੋਂ ਮੈਂ ਪੈਨਲ ਤੇ ਆਉਣ ਲਈ ਜੀ ਆਖਦਾ, ਵੈਲਕਮ ਕਰਦਾ। ਚੰਨੀ ਜੀ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ। ਪੰਜਾਬ ਦੀ ਭਾਜਪਾ ਲੀਡਰਸ਼ਿਪ ਵੱਲੋਂ ਜਿਸ ਤਰ੍ਹਾਂ ਲਗਾਤਾਰ ਪੈਰਵੀ ਕੀਤੀ ਜਾ ਰਹੀ ਹੈ ਇਸ ਮੁੱਦੇ ਤੇ, ਪ੍ਰਧਾਨ ਮੰਤਰੀ ਨਾਲ, ਰਾਸ਼ਟਰਪਤੀ ਨਾਲ, ਦੇਸ਼ ਦੇ ਹੋਰ ਜਿਹੜੇ ਉੱਚ ਕੋਟੀ ਦੇ ਨੇਤਾ ਹੈਗੇ ਉਹਨਾਂ ਨਾਲ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ ਜਾਵੇ। ਉਂਝ ਵੀ ਬੜਾ ਵਾਜਬ ਮੌਕਾ ਹੈ ਕਿ ਹੋਰ ਕੁਝ ਦਿਨਾਂ ਤੱਕ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਹੈ ਤੇ ਸਿੱਖ ਸੰਗਤਾਂ ਅੰਦਰ ਬੜੀ ਤੀਬਰ ਤਾਂਘ ਹੈ ਖੁੱਲੇ ਦਰਸ਼ਨ ਦੀਦਾਰ ਦੇ ਲਈ। ਕੀ ਲੱਗਦਾ ਹੈ ਕਿ ਉਹਨਾਂ ਦੀ ਤਾਂਘ ਨੂੰ ਬੂਰ ਪਏਗਾ ਚੰਨੀ ਜੀ, ਜੋ ਐਫਰਟਸ ਹੋ ਰਹੀਆਂ? ਇਸ ਤੋਂ ਪਹਿਲਾਂ ਵੀ ਰਾਜਸੀ ਤੇ ਧਾਰਮਿਕ ਹਸਤੀਆਂ ਵੱਲੋਂ ਬੇਨਤੀਆਂ ਕੀਤੀਆਂ ਗਈਆਂ। ਜੀ ਚੰਨੀ ਸਾਹਿਬ। ਸਿੱਧੂ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਤੇ ਤੁਹਾਡੇ ਸਰੋਤੇ ਔਰ ਮੇਰੇ ਕੋ ਪੈਨਲਿਸਟਾਂ ਦਾ ਬੜਾ ਧੰਨਵਾਦ ਕਰਦਾ, ਪਿਆਰ ਭਰੀ ਸਤਿ ਸ਼੍ਰੀ ਅਕਾਲ ਬੁਲਾਣਾ। ਦੇਖੋ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੈ ਕਿ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਗੁਰੂ ਸਾਹਿਬ ਜਿਹੜੇ ਸੀ ਉਹ ਕੇਵਲ ਸਿੱਖਾਂ ਦੇ ਗੁਰੂ ਨਹੀਂ ਸੀਗੇ, ਉਹ ਜਿੰਨੇ ਸਿੱਖਾਂ ਦੇ ਸੀ ਓਨੇ ਹੀ ਹਿੰਦੂਆਂ ਦੇ ਸੀ, ਓਨੇ ਹੀ ਮੁਸਲਿਮ, ਉਹ ਮਤਲਬ ਉਹ ਮਾਨਵਤਾ ਦੇ ਗੁਰੂ ਸੀਗੇ।
ਔਰ ਮਾਨਸ ਜੀ ਕੀ ਜਾਤ ਸਭ ਇੱਕ ਹੈ ਪਹਿਚਾਨ ਬੋ ਦਾ ਸੁਨੇਹਾ ਵੀ ਉਹਨਾਂ ਨੇ ਦਿੱਤਾ ਔਰ ਉਹਨਾਂ ਦੀ ਹੀ ਇਹ ਮਿਹਰਬਾਨੀ ਸਾਡੇ ਸਾਰਿਆਂ ਤੇ ਇਸ ਦੁਨੀਆ ਤੇ ਹੋਈ ਹੈ ਕਿ ਉਹਨਾਂ ਨੇ ਇੱਕ ਇਸ ਤਰ੍ਹਾਂ ਦਾ ਸੰਦੇਸ਼ ਦੇ ਕੇ ਔਰ ਪਹਿਲੇ ਗੁਰੂ ਉਹੀ ਹੋਏ ਨੇ ਜਿਨ੍ਹਾਂ ਦੇ ਵਿੱਚ ਆਪਾਂ ਮੰਨਦੇ ਹਾਂ ਗੁਰਬਾਣੀ ਦੇ ਮੁਤਾਬਕ ਕਿ ਅਕਾਲ ਪੁਰਖ ਨੇ ਖੁਦ ਪ੍ਰਵੇਸ਼ ਕਰਕੇ ਜਨਮ ਤੋਂ ਹੀ ਉਹਨਾਂ ਨੂੰ ਗੁਰੂ ਦਾ ਦਰਜਾ ਦਿੱਤਾ ਔਰ ਉਹ ਉਹਨਾਂ ਨੇ ਇੱਕ ਨਵੀਂ ਜਿਹੜੀ ਰਾਹ ਸੀਗੀ ਜਿੰਨੇ ਵੀ ਕੋਈ ਸੌੜੇ ਚੀਜ਼ਾਂ ਸੀਗੀਆਂ ਜਾਂ ਲੋਕਾਂ ਨੂੰ ਬਲੈਕਮੇਲ ਕੀਤਾ ਜਾਂਦਾ ਸੀ ਉਹਨਾਂ ਸਾਰਿਆਂ ਵਹਿਮਾਂ ਭਰਮਾਂ ਤੋਂ ਕੱਢ ਕੇ ਉਹਨਾਂ ਨੇ ਇੱਕ ਜੀਵਨ ਦੀ ਜਾਂਚ ਦਿੱਤੀ ਕਿ ਅਸੀਂ ਜੀਵਨ ਕਿੱਦਾਂ ਜਿਉਣਾ ਹੈਗਾ ਔਰ ਜਿਹੜਾ ਸਾਡੇ ਹੋਲੀ ਆਦਿ ਗ੍ਰੰਥ ਹੈਗਾ ਉਹ ਵੀ ਜੀਵਨ ਦੀ ਜਾਂਚ ਹੀ ਸਿਖਾਉਂਦਾ ਹੈ। ਸੋ ਉਹਨਾਂ ਦਾ ਜਿਹੜਾ ਉਹਨਾਂ ਵੱਲੋਂ ਜੋ ਸਾਨੂੰ ਸਿੱਖਿਆ ਦਿੱਤੀ ਗਈ ਔਰ ਜੋ ਅਸੀਂ ਮੰਨਦੇ ਹਾਂ ਸਾਰੇ ਇਕੱਲੇ ਸਿੱਖ ਨਹੀਂ ਮੰਨਦੇ ਸਾਰੇ ਮੰਨਦੇ ਆ ਚਾਹੇ ਉਹ ਕੋਈ ਵੀ ਕਿਸੇ ਵੀ ਧਰਮ ਦੇ ਹੋਣ ਔਰ ਉਹਨਾਂ ਦਾ ਜਿਹੜਾ ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਇਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਸਕਦਾ ਕਿ ਪਹਿਲਾਂ 1999 ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਜੀ ਨੇ ਕਿਹਾ ਸੀਗਾ ਕਿ ਜੇ ਇਹ ਲਾਂਘਾ ਖੁੱਲ ਜਾਏਗਾ ਜਾਂ ਸਾਡਾ ਗੁਆਂਢੀਆਂ ਦੇ ਨਾਲ ਸਾਡਾ ਪਾਕਿਸਤਾਨ ਮੁਲਕ ਦੇ ਨਾਲ ਠੀਕ ਹੋ ਜਾਏਗਾ ਤਾਂ ਇਟ ਵਿਲ ਬੀ ਲਾਈਕ ਕਿ ਬਰਲਿਨ ਵਾਲ ਸੀਗੀ ਉਹਦੀ ਫਾਲ ਦੀ ਤਰ੍ਹਾਂ ਹੋਏਗਾ ਕਿਉਂਕਿ ਸਾਡਾ ਖਾਸ ਕਰਕੇ ਜਿਹੜਾ ਨਾਰਥ ਪਾਰਟ ਹੈਗਾ ਇੰਡੀਆ ਦਾ ਸਾਨੂੰ ਇੱਕੋ ਇੱਕ ਬਾਰਡਰ ਲੱਗਦਾ ਜਿਹਦੇ ਨਾਲ ਸਾਡਾ ਸਾਂਝ ਵੀ ਹੈਗੀ ਹੈ ਔਰ ਬ੍ਰਿਟਿਸ਼ ਜਿਹੜਾ ਇੰਡੀਆ ਸੀਗਾ ਉਹਦੇ ਵਿੱਚ ਅਸੀਂ ਇੱਕ ਸੀਗੇ ਪਤਾ ਨਹੀਂ ਕਿਉਂ ਵੰਡੀਆਂ ਪਾਤੀਆਂ ਪੈ ਗਈਆਂ ਬੜੇ ਸੌੜੇ ਹਿੱਤਾਂ ਦੇ ਕਰਕੇ ਕਿਉਂਕਿ ਮੇਰੇ ਖਿਆਲ ਪਾਕਿਸਤਾਨ ਨਾਲੋਂ ਬਹੁਤ ਦੁੱਗਣੇ ਤਿੱਗਣੇ ਮੁਸਲਮਾਨ ਤਾਂ ਅਜੇ ਵੀ ਹਿੰਦੁਸਤਾਨ 'ਚ ਹੈਗੇ ਨੇ ਸੋ ਇਹ ਕੋਈ ਸਿਆਸੀ ਗੱਲਾਂ ਸੀਗੀਆਂ ਜਿਸ ਕਰਕੇ ਹੋ ਗਿਆ ਇਹ ਹੋਣਾ ਨਹੀਂ ਚਾਹੀਦਾ ਸੀਗਾ ਕਿਉਂਕਿ ਅਸੀਂ ਤਾਂ ਗਲੋਬਲੀ ਕਹਿੰਦੇ ਸਾਰੇ ਇੱਕ ਹੋਣ ਤੇ ਇਹ ਤਾਂ ਇੱਕ ਹੋਣੇ ਚਾਹੀਦੇ ਸੀ ਐਨੀ ਹਾਓ ਜਿਹੜੇ ਸਾਡੇ ਲੋਕ ਨੇ ਆਪਸ ਵਿੱਚ ਚਾਹੇ ਉਹ ਪਾਕਿਸਤਾਨ ਦੇ ਨੇ ਚਾਹੇ ਉਹ ਹਿੰਦੁਸਤਾਨ ਦਾ ਪੰਜਾਬ ਦੇ ਨੇ ਉਹ ਬਹੁਤ ਅੱਛਾ ਉਹਨਾਂ ਦਾ ਪਿਆਰ ਭਾਈਚਾਰਾ ਮੇਲ ਮਿਲਾਪ ਹੈਗਾ ਸਿਰਫ ਜਿਹੜੇ ਰਾਜਸੀ ਹਿੱਤ ਹੈਗੇ ਨੇ ਉਹ ਮੈਂ ਕਹਾਂਗਾ ਕਿਉਂਕਿ ਜਿੰਨੀ ਦੇਰ ਪਾਕਿਸਤਾਨ ਇਹ ਆਵਾਜ਼ਾਂ ਨਹੀਂ ਵਜਾਉਂਦਾ ਇੰਡੀਆ ਦੇ ਅਗੇਂਸਟ ਉੱਥੋਂ ਦੀ ਜਿਹੜੀ ਮਿਲਟਰੀ ਹੈਗੀ ਹੈ ਜਾਂ ਉੱਥੋਂ ਦਾ ਜਿਹੜਾ ਸਿਸਟਮ ਹੈਗਾ ਉਹਨਾਂ ਦੀ ਸਰਕਾਰ ਬਣਾਉਣੀ ਰੱਖਣੀ ਸਰਵਾਈਵਲ ਜਿਹੜਾ ਹੈਗਾ ਉਹ ਉਹਨਾਂ ਨੂੰ ਇਹ ਮਜਬੂਰੀ ਹੈ ਉਹਨਾਂ ਦੀ ਐਨੀ ਹਾਓ ਆਪਾਂ ਇਸ ਗੱਲ 'ਚ ਨਾ ਜਾਈਏ ਜਿਹੜਾ ਲਾਂਘੇ ਲਈ ਸਮਝੌਤਾ ਹੋ ਗਿਆ ਫਿਰ ਅਟਲ ਜੀ ਨੇ 1999 ਦੇ ਵਿੱਚ ਉਹਨਾਂ ਨੇ ਨਵਾਜ਼ ਸ਼ਰੀਫ ਜੀ ਦੇ ਨਾਲ ਵੀ ਗੱਲ ਕੀਤੀ ਕਿ ਵੀ ਇਹ ਹੋਣਾ ਚਾਹੀਦਾ ਹੈ ਉਹਦੇ ਮੁਤਾਬਕ ਹੋ ਗਿਆ ਔਰ ਇਹਦਾ ਜਿਹੜਾ ਸਿਹਰਾ ਸੀਗਾ ਅਲਟੀਮੇਟਲੀ ਮੋਦੀ ਜੀ ਨੂੰ ਔਰ ਇਮਰਾਨ ਖਾਨ ਜੀ ਨੂੰ ਮਿਲਿਆ ਕਿ ਉਹਨਾਂ ਨੇ ਬਹੁਤ ਵੱਡੇ ਉਪਰਾਲੇ ਕੀਤੇ ਦੋਨਾਂ ਸਰਕਾਰਾਂ ਨੇ ਔਰ ਲਾਂਘਾ ਬਹੁਤ ਸੁੰਦਰ ਰੂਪ ਦੇ ਵਿੱਚ ਸਜਾਵਟ ਦੇ ਨਾਲ ਬਹੁਤ ਮਿਹਨਤ ਦੇ ਨਾਲ ਇਹ ਬਣਿਆ ਔਰ ਕੋਵਿਡ ਕਰਕੇ ਬੰਦ ਹੋਇਆ ਬਿਲਕੁਲ ਠੀਕ ਹੈ ਜੀ ਆਪਾਂ ਜੋ ਹਿਸਟਰੀ ਦੀ ਗੱਲ ਕਰਦੇ ਹਾਂ ਦੋਨਾਂ ਸਰਕਾਰਾਂ ਦੀ ਕੋਸ਼ਿਸ਼ ਦੀ ਕਰਦੇ ਹਾਂ ਬਿਲਕੁਲ ਵਾਜਬ ਗੱਲ ਹੈ ਪਰ ਹੁਣ ਜਿਸ ਮੁੱਦੇ ਤੇ ਆਪਾਂ ਗੱਲ ਕਰ ਰਹੇ ਹਾਂ ਕਿ ਲੱਗਦਾ ਹੈ ਕਿ ਜੋ ਮੁਲਾਕਾਤਾਂ ਹੋ ਰਹੀਆਂ ਇਹ ਮੁਲਾਕਾਤਾਂ ਕਿਸੇ ਠੋਸ ਉਪਰਾਲੇ ਦੇ ਰੂਪ 'ਚ ਸਾਹਮਣੇ ਆਉਣਗੀਆਂ ਕਿਉਂਕਿ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਪ੍ਰਕਾਸ਼ ਦਿਹਾੜਾ ਉਹ ਬਿਲਕੁਲ ਹੀ ਨਜ਼ਦੀਕ ਹੈ ਦੇਖੋ ਬੀਜੇਪੀ ਦੀ ਜਿਹੜੀ ਪੰਜਾਬ ਦੀ ਲੀਡਰਸ਼ਿਪ ਹੈਗੀ ਹੈ ਉਹ ਸਾਰਿਆਂ ਨੇ ਜਾ ਕੇ ਬਹੁਤ ਅਰਨੈਸਟ ਰਿਕੁਐਸਟ ਕੀਤੀ ਹੈ ਮੋਦੀ ਸਾਹਿਬ ਨੂੰ ਔਰ ਨੱਡਾ ਜੀ ਨੂੰ ਔਰ ਅਮਿਤ ਸ਼ਾਹ ਜੀ ਨੂੰ ਮਿਲ ਰਹੇ ਨੇ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਵੀ ਮਿਲੇ ਨੇ ਔਰ ਮਤਲਬ ਸਾਡੀ ਪੂਰੀ ਕੋਸ਼ਿਸ਼ ਹੈ ਕਿ ਇਹ ਲਾਂਘਾ ਗੁਰਪੁਰਬ ਤੋਂ ਪਹਿਲਾਂ ਖੁੱਲਣਾ ਚਾਹੀਦਾ ਔਰ ਜਿਹੜੀ ਸਿੱਖ ਸੰਗਤ ਹੈਗੀ ਹੈ ਨਾਨਕ ਨਾਮ ਲੇਵਾ ਜਿਹੜੀ ਸੰਗਤ ਹੈਗੀ ਹੈ ਉਹਨਾਂ ਨੂੰ ਖੁੱਲੇ ਦਰਸ਼ਨਦਾਰ ਜਿਸ ਤਰ੍ਹਾਂ ਆਪਾਂ ਰੋਜ਼ ਸਾਰੇ ਅਰਦਾਸ ਕਰਦੇ ਹਾਂ ਉਹ ਪੂਰੀ ਹੋਣੀ ਚਾਹੀਦੀ ਜੀ ਮਿਹਰਬਾਨੀ ਚੰਨੀ ਜੀ ਫੇਰ ਆਵਾਂਗਾ ਮੈਂ ਇਸ ਮੁੱਦੇ ਤੇ ਸਵਾਲ ਲੈ ਕੇ ਤਾਰਨੀ ਸਾਹਿਬ ਤੁਸੀਂ ਵੀ ਬੇਸ਼ੱਕ ਪੋਲੀਟੀਕਲ ਪਾਰਟੀ ਦੇ ਸਪੋਕਸਪਰਸਨ ਦੇ ਤੌਰ ਤੇ ਹੋ ਪਰ ਧਾਰਮਿਕ ਤੌਰ ਤੇ ਤੁਹਾਡਾ ਵੀ ਇੱਕ ਅਕੀਦਾ ਹੈ ਕਿਵੇਂ ਦੇਖਦੇ ਹੋ ਜੋ ਕੋਸ਼ਿਸ਼ਾਂ ਹੋ ਰਹੀਆਂ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਲਈ ਠੀਕ ਹੈ ਹੁਣ ਖੋਲ੍ਹਿਆ ਜਾਣਾ ਬਹੁਤ ਚੰਗੀ ਗੱਲ ਹੈ ਪਰ ਪਿਛਲੇ ਲੰਬੇ ਦਿਨਾਂ ਤੋਂ ਇਹਦੇ ਲਈ ਬੇਨਤੀਆਂ ਅਪੀਲਾਂ ਅਰਦਾਸਾਂ ਹੋ ਰਹੀਆਂ ਸੀ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਕਿਉਂ ਨਹੀਂ ਖੋਲ੍ਹਿਆ ਜਾ ਰਿਹਾ ਤਾਰਨੀ ਜੀ ਦੇਖੋ ਸਿੱਧੂ ਸਾਹਿਬ ਗੱਲ ਇਹ ਹੈਗੀ ਹੈ ਜੀ ਕਿ ਪਹਿਲੀ ਗੱਲ ਤਾਂ ਇਹ ਹੈਗੀ ਆ ਕਿ ਜਿਹੜਾ ਬੀਜੇਪੀ ਦਾ ਵਫਦ ਜਾ ਕੇ ਮਿਲਿਆ ਹੈਗਾ ਮੋਦੀ ਸਾਹਿਬ ਨੂੰ ਹੁਣ ਇਸ ਦਾ ਰਿਜ਼ਲਟ ਕੀ ਨਿਕਲਦਾ ਹੈਗਾ
ਔਰ ਰਿਜ਼ਲਟ ਨਿਕਲਣ ਤੋਂ ਬਾਅਦ ਇਹ ਸੋਚਿਆ ਜਾਊਗਾ ਕਿ ਕੀ ਇਹਦੇ ਤੇ ਕੀ ਕੋਈ ਰਾਜਸੀ ਲਾ ਲੈਣ ਵਾਲੀ ਗੱਲ ਹੈਗੀ ਹੈ ਜਾਂ ਇਹਦੇ ਪਿੱਛੇ ਮਕਸਦ ਕੀ ਹੈਗਾ। ਦੇਖੋ ਹਰ ਸਿੱਖ ਜਿਹੜਾ ਹੈਗਾ ਉਹ ਜਦੋਂ ਚੰਨੀ ਸਾਹਿਬ ਨੇ ਕਿਹਾ ਕਿ ਅਰਦਾਸ ਵੀ ਕਰਦਾ ਹੈ, ਜੋਦੜੀ ਵੀ ਕਰਦਾ ਹੈ, ਬੇਨਤੀ ਵੀ ਕਰਦਾ ਹੈ ਕਿ ਇਹ ਜਿਹੜਾ ਰਸਤਾ ਹੈਗਾ ਇਹ ਲੰਘਣਾ ਚਾਹੀਦਾ। ਇਹਨਾਂ ਨੇ 89 ਦਾ ਵੀ ਇੱਕ ਵੇਰਵਾ ਪਾਇਆ ਕਿ ਉਸ ਟਾਈਮ ਦੇ ਉੱਤੇ ਮੋਦੀ ਸਾਹਿਬ ਨੇ ਵੀ ਕਿਹਾ ਸੀ। ਦੇਖੋ ਦੀਆਂ ਬਦਲ ਗਈਆਂ, ਮੋਦੀ ਸਾਹਿਬ ਨੇ ਬਹੁਤ ਸਾਰੀਆਂ ਗੱਲਾਂ ਕਹੀਆਂ। ਜਦੋਂ ਗੁਜਰਾਤ ਦੇ ਸੀਐਮ ਸੀ ਉਸ ਟਾਈਮ ਉਹਨਾਂ ਨੇ MSP ਤੱਕ ਬਣਾਉਣ ਦੀ ਡਿਮਾਂਡ ਵੀ ਕੀਤੀ ਸੀ, ਜਿਹੜੀ ਤੇ ਅੱਜ ਗੱਲ ਨਹੀਂ ਕਰਦੇ। ਔਰ ਦੂਜੀ ਗੱਲ, ਅੱਜ ਵਫਦ ਮਿਲਿਆ ਹੈਗਾ ਬੀਜੇਪੀ ਦਾ। ਜੇ ਬੀਜੇਪੀ ਦਾ ਵਫਦ ਮਿਲਿਆ ਹੈਗਾ ਤਾਂ ਇਸ ਦੇ ਉੱਤੇ ਡਿਬੇਟ ਵੀ ਰੱਖ ਲਈ ਔਰ ਬਾਕੀ ਚੈਨਲਾਂ ਨੇ ਵੀ ਡਿਬੇਟ ਸ਼ੁਰੂ ਕਰ ਦੇਣੀ ਹੈ। ਮੈਂ ਪੁੱਛਦਾ ਇਹ ਹੈਗਾ ਕਿ ਇਹ ਸਿੱਖਾਂ ਦੀ ਧਾਰਮਿਕ ਆਸਥਾ ਦੇ ਉੱਤੇ ਜਦੋਂ ਅਕਾਲ ਤਖਤ ਸਾਹਿਬ ਨੇ ਬੇਨਤੀ ਕੀਤੀ, ਜਦੋਂ ਜਿਹੜੀ ਹੈਗੀ ਆ SGPC ਨੇ ਰਿਕੁਐਸਟ ਕੀਤੀ, ਤਾਂ ਕਿਸੇ ਨੇ ਜਿਹੜਾ ਹੈਗਾ ਇਸ ਤੇ ਨਾ ਹੀ ਕੋਈ ਡਿਬੇਟ ਹੋਈ, ਨਾ ਕਿਸੇ ਨੇ ਜਿਹੜਾ ਹੈਗਾ ਮਾੜਾ ਮੋਟਾ ਵੀ ਰਿਐਕਟ ਕੀਤਾ। ਸੋ ਮੈਂ ਸਮਝਦਾ ਹੈਗਾ ਕਿ ਹਰ ਸਿੱਖ, ਹਰ ਗੁਰੂ ਨਾਨਕ ਨਾਮ ਲੇਵਾ ਵਿਅਕਤੀ ਹੈ ਜਿਹੜਾ ਉਹ ਚਾਹੁੰਦਾ ਹੈ ਕਿ ਇਹ ਖੁੱਲਣਾ ਚਾਹੀਦਾ। ਚਲੋ ਮੈਂ ਕਹਿੰਦਾ ਵੀ ਠੀਕ ਹੈ ਕਿ ਇਹਨਾਂ ਨੇ ਇੱਕ ਸਿਆਸੀ ਤੌਰ ਤੇ ਆਪਣੇ ਤਰੀਕੇ ਦੇ ਨਾਲ ਖਿਲਾਉਣਾ ਚਾਹੁੰਦੇ ਆ, ਪਰ ਮੈਂ ਕਹਿੰਦਾ ਕਿ ਰਿਜ਼ਲਟ ਇਹ ਹੋਣਾ ਚਾਹੀਦਾ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਜ਼ਰੂਰ ਖੁੱਲਣਾ ਚਾਹੀਦਾ ਤਾਂ ਕਿ ਹਰ ਸਿੱਖ ਆਪਣਾ ਅਕੀਦਾ ਉੱਤੇ ਜਾ ਕੇ ਪੇਸ਼ ਕਰ ਸਕੇ। ਜੀ ਸਾਡੀ ਸਾਹਿਬ ਬਿਲਕੁਲ ਜਿਹੜਾ ਹੈਗਾ ਕਰਤਾਰਪੁਰ ਸਾਹਿਬ ਦਾ ਲਾਂਘਾ ਰਾਜਸੀ ਜਿਹੜੀਆਂ ਪ੍ਰਸਥਿਤੀਆਂ ਜਾਂ ਰਾਜਸੀ ਲਾਹੇ ਤੋਂ ਉੱਪਰ ਉੱਠ ਕੇ ਖੋਲਣ ਦੀ ਗੱਲ ਹੈ। ਕੋਈ ਦੁਨੀਆ ਭਰ 'ਚ ਗੁਰੂ ਨਾਨਕ ਦਾ ਜਿਹੜਾ ਨਾਮ ਲੇਵਾ ਹੈ ਇਹ ਉਹਨਾਂ ਦੀ ਅਰਦਾਸ ਹੈ, ਕੋਈ ਰਾਜਸੀ ਦੇ ਇੱਕ ਧਿਰ ਦਾ ਮਾਮਲਾ ਨਹੀਂ ਹੈ। ਆਪਾਂ ਇਸ ਮੁੱਦੇ ਤੇ ਪਹਿਲਾਂ ਵੀ ਬਹੁਤ ਸਾਰੀਆਂ ਡਿਬੇਟਸ ਕੀਤੀਆਂ, ਜਦੋਂ ਵੀ ਕੋਸ਼ਿਸ਼ਾਂ ਹੋਈਆਂ ਆਪਾਂ ਹਮੇਸ਼ਾ ਉਹਨਾਂ ਦਾ ਨੋਟਸ ਲਿਆ ਧਾਰਨੀ ਜੀ। ਪਰ ਜਿਹੜਾ ਤੁਸੀਂ ਸਵਾਲ ਕਰ ਰਹੇ ਹੋ ਕਿਤੇ ਇਹ ਵੀ ਲੱਗਦਾ ਕਿ ਭਾਜਪਾ ਵੱਲੋਂ ਕਿਉਂਕਿ ਹੁਣ ਆਪਣੇ ਤੌਰ ਤੇ ਕੋਸ਼ਿਸ਼ ਕੀਤੀ ਗਈ ਹੈ, ਪਹਿਲਾਂ ਅਕਾਲੀ ਦਲ ਜਿਹੜਾ ਹੈਗਾ ਭਾਜਪਾ ਦਾ ਸਾਥ ਦਿੰਦਾ ਰਿਹਾ, ਹੁਣ ਲੱਗਦਾ ਕਿ ਭਾਜਪਾ ਨੇ ਇਕੱਲਿਆਂ ਨੇ ਕੋਸ਼ਿਸ਼ ਕੀਤੀ ਹੈ, ਇਸ ਕਰਕੇ ਤਾਂ ਨਹੀਂ ਕਿਧਰੇ ਮਹਿਸੂਸ ਹੋ ਰਿਹਾ ਕਿ ਭਾਜਪਾ ਵਾਲੇ ਇਕੱਲੇ ਚਲੇ ਗਏ। ਨਹੀਂ ਬਿਲਕੁਲ ਨਹੀਂ। ਦੇਖੋ ਮੈਂ ਫੇਰ ਉਹੀ ਗੱਲ ਕਰਦਾ ਕਿ ਲਾਂਘਾ ਖੁੱਲਣਾ ਚਾਹੀਦਾ, ਪ੍ਰਾਇੋਰਟੀ ਇਹ ਹੈਗੀ ਹੈ। ਦੂਜੀ ਗੱਲ ਇਹ ਹੈਗੀ ਆ ਜੀ ਕਿ ਮੈਂ ਕਹਿੰਦਾ ਕਿ ਅਕਾਲ ਤਖਤ ਜਿਹੜੀ ਸਿੱਖਾਂ ਦੀ ਸਰਵ ਉੱਚ ਸੰਸਥਾ ਹੈਗੀ ਆ, ਉਸ ਦੇ ਜਿਹੜੇ ਸਿੰਘ ਸਾਹਿਬ ਹੈਗੇ ਆ, ਭਾਈ ਗਿਆਨੀ ਹਰਪ੍ਰੀਤ ਸਿੰਘ, ਉਹਨਾਂ ਨੇ ਰਿਕੁਐਸਟ ਕੀਤੀ ਹੈਗੀ ਆ, ਤਾਂ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਜਿਹੜੀ ਸਿੱਖਾਂ ਦੇ ਹਰ ਧਾਰਮਿਕ ਰਾਜਨੀਤਿਕ ਮਾਮਲਿਆਂ ਦੇ ਵਿੱਚ ਦੀ ਹੈਗੀ ਆ, ਉਹਨਾਂ ਨੇ ਬੇਨਤੀ ਕਰ ਲਈ ਤੇ ਉਸ ਦੇ ਉੱਤੇ ਜਿਹੜੇ ਪ੍ਰਧਾਨ ਮੰਤਰੀ ਸਾਹਿਬ ਸੀ ਉਹਨਾਂ ਨੇ ਐਕਟ ਨਹੀਂ ਕੀਤਾ ਔਰ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਹੈਗਾ। ਹੋਰ ਵੀ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਇਹਦੇ ਮੁਤਲਕ ਜਿਹੜਾ ਹੈਗਾ ਪ੍ਰਧਾਨ ਮੰਤਰੀ ਸਾਹਿਬ ਨੇ ਬੇਨਤੀ ਕਰ ਲਈ ਔਰ ਪੰਜਾਬ ਸਰਕਾਰ ਨੇ ਵੀ ਇਹਦੇ ਉੱਤੇ ਗੱਲ ਕਰ ਲਈ, ਪਰ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੋ ਸਕਦਾ ਕਿ ਹੁਣ ਉਹਨਾਂ ਨੇ ਆਪਣਾ ਬੀਜੇਪੀ ਦਾ ਨਾਂ ਧਰਾ ਕੇ ਜਿਹੜਾ ਹੈਗਾ ਖੋਲਣਾ ਹੋਵੇ। ਓਕੇ, ਆਪਾਂ ਜਵਾਬ ਲੈਣੇ ਆ। ਬਿਲਕੁਲ ਜਿਹੜਾ ਹੈਗਾ ਤੁਹਾਡਾ ਸਵਾਲ ਜਿਹੜਾ ਵਾਜਬ ਹੈ, ਆਪਾਂ ਜਵਾਬ ਲਵਾਂਗੇ। ਪਰ ਅਮਰਿੰਦਰ ਜੀ ਕਾਫੀ ਦੇਰ ਦੇ ਇੰਤਜ਼ਾਰ ਕਰਿਆ। ਅਮਰਿੰਦਰ ਜੀ, ਇਸੇ ਮੁੱਦੇ ਤੇ ਕਰਤਾਰਪੁਰ ਸਾਹਿਬ ਦਾ ਲਾਂਘਾ, ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਰਹੇ ਹੋ, ਧਾਰਮਿਕ ਸੰਸਥਾਵਾਂ ਦੇ ਨਾਲ ਹੁਣ ਵੀ ਜੁੜੇ ਹੋਏ ਹੋ। ਹੁਣ ਜਦੋਂ ਭਾਜਪਾ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਅਕਾਲੀ ਦਲ ਨਹੀਂ, ਦੂਜੀਆਂ ਧਿਰਾਂ ਵੱਲੋਂ ਆਪਣੇ ਤੌਰ ਤਰੀਕੇ ਨਾਲ ਸਵਾਲ ਉਠਾਏ ਜਾ ਰਹੇ ਹੈ। ਪਰ ਜਿੱਥੋਂ ਤੱਕ ਸਵਾਲ ਹੈ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਦਿਹਾੜੇ ਦਾ, ਉਹਦੇ ਲਈ ਸਾਰੇ ਹੀ ਚਾਹੁੰਦੇ ਆ ਕਿ ਲਾਂਘਾ ਖੁੱਲਣਾ ਚਾਹੀਦਾ ਹੈ। ਕਿਵੇਂ ਦੇਖਦੇ ਹੋ ਇਹਨਾਂ ਯਤਨਾਂ ਨੂੰ, ਜਾਂ ਇਹਦੇ 'ਚ ਕੋਈ ਰਾਜਨੀਤੀ ਨਜ਼ਰ ਆ ਰਹੀ ਹੈ? ਜੀ ਅਮਰਿੰਦਰ ਜੀ। ਸਿੱਧੂ ਸਾਹਿਬ, ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਬੇਨਤੀ ਇਹ ਕਰਾਂਗਾ ਕਿ ਇੰਡੀਆ ਔਰ ਪਾਕਿਸਤਾਨ ਲਈ ਇਹ ਭਾਵੇਂ ਪੋਲੀਟੀਕਲ ਇੱਕ ਇਸ਼ੂ ਹੋਵੇ ਕਿ ਲਾਂਘਾ ਖੋਲਣਾ ਜਾਂ ਨਹੀਂ ਖੋਲਣਾ, ਲੇਕਿਨ ਸਿੱਖਾਂ ਦੇ ਲਈ ਇੱਕ ਇਮੋਸ਼ਨਲ ਇਸ਼ੂ ਹੈਗਾ ਤੇ ਅਸੀਂ ਇਸ ਨੂੰ ਇਮੋਸ਼ਨਲ ਐਂਗਲ ਤੋਂ ਦੇਖਦੇ ਹਾਂ। ਦੂਸਰੀ ਗੱਲ ਇਹ ਹੈ ਕਿ ਸਭ ਤੋਂ ਪਹਿਲੀ ਜਿਹੜੀ ਮਤਲਬ ਮੰਗ ਆਈ ਹੈ ਉਹ ਪਾਕਿਸਤਾਨ ਗਵਰਨਮੈਂਟ ਵੱਲੋਂ ਇੱਕ ਹਫ਼ਤਾ ਹੋ ਗਿਆ, ਮੈਂ ਸਮਝਦਾ ਕਿ ਉਦੋਂ ਤੋਂ ਨਿਊਜ਼ ਦੇ ਵਿੱਚ ਚੱਲ ਰਹੀ ਹੈ ਕਿ ਪਾਕਿਸਤਾਨ ਗਵਰਨਮੈਂਟ ਨੇ ਇੰਡੀਅਨ ਗਵਰਨਮੈਂਟ ਨੂੰ ਅਪਰੋਚ ਕੀਤਾ ਕਿ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਜਿਹੜਾ ਖੋਲ ਦੇਣਾ ਚਾਹੀਦਾ ਹੁਣ। ਤੇ ਉਹਦੇ ਵਿੱਚ ਉਸ ਤੋਂ ਬਾਅਦ ਹੀ ਜਿਹੜਾ ਪੰਜਾਬ ਸਰਕਾਰ ਨੇ ਵੀ ਮੰਗ ਕੀਤੀ ਹੈ, SGPC ਨੇ ਵੀ ਮੰਗ ਕੀਤੀ ਹੈ, ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਵੀ ਵੱਖਰੇ ਵੱਖਰੇ ਸ਼ੇਡਸ ਹੈਗੇ ਸਾਰਿਆਂ ਨੇ ਮੰਗ ਕੀਤੀ ਹੈ, ਈਵਨ ਕਾਂਗਰਸ ਪਾਰਟੀ ਨੇ ਵੀ ਮੰਗ ਕੀਤੀ ਹੈ ਕਿ ਕਰਤਾਰਪੁਰ ਕੋਰੀਡੋਰ ਖੋਲ ਦੇਣਾ ਚਾਹੀਦਾ ਹੈ। ਲੇਕਿਨ ਜਿਹੜਾ ਪ੍ਰਧਾਨ ਮੰਤਰੀ ਨੂੰ ਮਿਲਣ ਦਾ ਸਮਾਂ ਉਹ ਸਿਰਫ ਇੱਕੋ ਪਾਰਟੀ ਨੂੰ ਮਿਲਿਆ, ਬਾਕੀਆਂ ਨੂੰ ਨਹੀਂ ਮਿਲਿਆ। ਚਲੋ ਇਹ ਸੈਪਰੇਟ ਇਸ਼ੂ ਹੈ, ਪਰ ਜਿਹੜੀ ਬਾਟਮ ਲਾਈਨ ਹੈ ਅਸੀਂ ਇਹ ਚਾਹੁੰਦੇ ਹਾਂ ਕਿ ਕਰਤਾਰਪੁਰ ਦਾ ਜਿਹੜਾ ਲਾਂਘਾ ਹੈਗਾ ਖੁੱਲੇ
ਤੇ ਸਿੱਖ ਜਿਹੜੇ ਆ ਉੱਥੇ ਨਤਮਸਤਕ ਹੋਣ ਤੇ ਆਪਣੀਆਂ ਜਿਹੜੇ ਅਕੀਦਾ ਉੱਥੇ ਪੇਸ਼ ਕਰ ਸਕਣ। ਦੂਸਰੀ ਬੇਨਤੀ ਮੇਰੀ ਇਹ ਹੈ ਕਿ ਜਦੋਂ 4 ਧਾਮ ਯਾਤਰਾ ਚੱਲ ਸਕਦੀ ਹੈ, ਜਦੋਂ ਮਾਨਸਰੋਵਰ ਯਾਤਰਾ ਚੱਲ ਸਕਦੀ ਹੈ, ਤੇ ਜਦੋਂ ਹੱਜ ਦੇ ਲਈ ਮੁਸਲਮਾਨ ਜਾ ਸਕਦਾ, ਤੇ ਕਰਤਾਰਪੁਰ ਕੋਰੀਡੋਰ ਨੂੰ ਬੰਦ ਕਰਕੇ ਰੱਖਣਾ ਕਿ ਵੀ ਇੱਥੇ ਹੀ ਕਰੋਨਾ ਹੈਗਾ, ਇਹ ਇੱਕ ਬੜੀ ਅਜੀਬ ਜੀ ਸਥਿਤੀ ਹੈਗੀ ਹੈ। ਤੇ ਇਸ ਨੂੰ ਮਤਲਬ ਸਮਝ ਨਹੀਂ ਲੱਗਦੀ ਕਿ ਵੀ ਇਹ ਸਾਰਾ ਕਰੋਨਾ ਕਰਤਾਰਪੁਰ ਕੋਰੀਡੋਰ ਦੇ ਸਾਹਮਣੇ ਹੀ ਆ ਕੇ ਖੜਾ ਹੋ ਗਿਆ ਹੈ। ਇਹ ਕੀ ਵਜ੍ਹਾ ਹੈਗੀ ਹੈ? ਸੋ ਇਹ ਭਾਵਨਾ ਜਿਹੜੀ ਹੈ ਮੈਂ ਸਮਝਦਾ ਕਿ ਬਈ ਪਾਕਿਸਤਾਨ ਵੱਲੋਂ ਸੱਦਾ ਆ ਚੁੱਕਿਆ ਕਿ ਇਹਨੂੰ ਖੋਲ ਦਿੱਤਾ ਜਾਣਾ ਚਾਹੀਦਾ ਹੈ। ਤੇ ਇੰਡੀਅਨ ਗਵਰਨਮੈਂਟ ਦੇ ਵਿੱਚ ਦੇਰੀ ਕਿਉਂ ਹੋ ਰਹੀ ਹੈ? ਕਿਉਂਕਿ ਗੁਰਪੁਰਬ ਜਿਹੜਾ ਹੈਗਾ 19 ਤਰੀਕ ਨੂੰ ਹੈਗਾ ਤੇ ਅੱਜ 4 ਜਾਂ 5 ਦਿਨ ਰਹਿ ਗਏ ਆ। ਸੋ ਇਹਨਾਂ ਹਾਲਾਤਾਂ ਦੇ ਵਿੱਚ ਜਿੰਨੀ ਵੀ ਮਤਲਬ ਮੈਂ ਸਮਝਦਾ ਕਿ ਪ੍ਰਾਇੋਰਟੀ ਦੇ ਉੱਪਰ ਭਾਰਤ ਸਰਕਾਰ ਇਸ ਇਸ਼ੂ ਨੂੰ ਲਏਗੀ ਤੇ ਕਰਤਾਰਪੁਰ ਕੋਰੀਡੋਰ ਜਲਦੀ ਤੋਂ ਜਲਦੀ ਖੋਲ ਕੇ ਸਿੱਖਾਂ ਨੂੰ ਇਹ ਮਤਲਬ ਉੱਥੇ ਨਤਮਸਤਕ ਹੋਣ ਦੀ ਇਜਾਜ਼ਤ ਦੇਗੀ। ਇਹ ਮੇਰੀ ਬੇਨਤੀ ਹੈ। ਤੇ ਪੂਰੇ ਪੰਜਾਬ ਦੀ ਤੇ ਪੂਰੇ ਜਿਹੜਾ ਸਿੱਖ ਜਗਤ ਹੈ, ਗੁਰੂ ਨਾਨਕ ਨਾਮ ਲੇਵਾ ਸੰਗਤ ਹੈ, ਉਹਦੇ ਵੱਲੋਂ ਸਾਡੀ ਇਹ ਅਪੀਲ ਪ੍ਰਧਾਨ ਮੰਤਰੀ ਨੂੰ ਜਾਂਦੀ ਹੈ, ਕਿਉਂਕਿ ਟਾਈਮ ਤਾਂ ਸਿਰਫ ਭਾਜਪਾ ਨੂੰ ਹੀ ਮਿਲਦਾ ਹੈ, ਬਾਕੀਆਂ ਨੂੰ ਟਾਈਮ ਤਾਂ ਮਿਲ ਹੀ ਨਹੀਂ ਸਕਦਾ। ਤੇ ਅਸੀਂ ਤਾਂ ਮੀਡੀਆ ਰਾਹੀਂ ਬੇਨਤੀ ਕਰ ਸਕਦੇ ਹਾਂ, ਮੀਡੀਆ ਰਾਹੀਂ ਬੇਨਤੀਆਂ ਹੋਰ ਵੀ ਲੋਕ ਕਰ ਰਹੇ ਆ, ਮੈਂ ਵੀ ਕਰ ਰਿਹਾ, ਤੇ ਉਮੀਦ ਹੈ ਕਿ ਵੀ ਇਹ ਸਾਡੀ ਜਿਹੜੀ ਫਰਿਆਦ ਹੈ ਪ੍ਰਧਾਨ ਮੰਤਰੀ ਤੱਕ ਮੀਡੀਆ ਰਾਹੀਂ ਪਹੁੰਚੇਗੀ ਤੇ ਉਸ ਤੇ ਗੌਰ ਕਰਕੇ ਇਹਨੂੰ ਖੋਲਣਗੇ। ਜੀ ਚੰਨੀ ਸਾਹਿਬ, ਜਿਹੜਾ ਸਵਾਲ ਧਾਰਨੀ ਜੀ ਨੇ ਪੈਦਾ ਕੀਤਾ ਹੈ, ਉਹ ਕਹਿੰਦੇ ਕਿ ਠੀਕ ਹੈ ਕਿ ਭਾਜਪਾ ਐਫਰਟਸ ਕਰ ਰਹੀ ਹੈ, ਪਰ ਇਸ ਤੋਂ ਪਹਿਲਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਇਦਾਂ ਅਮਰਿੰਦਰ ਜੀ ਨੇ ਕਿਹਾ ਕਿ ਵੱਖ-ਵੱਖ ਸੰਸਥਾਵਾਂ ਵੱਲੋਂ ਵੀ ਅਪੀਲ ਕੀਤੀ ਗਈ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਦੇ ਲਈ, ਪਰ ਇਹਦੇ ਤੇ ਕੋਈ ਸੁਣਵਾਈ ਨਹੀਂ ਹੋਈ। ਹੁਣ ਭਾਜਪਾ ਦੀ ਸੁਣਵਾਈ ਹੋਈ ਹੈ। ਕੀ ਲੱਗਦਾ ਹੈ ਕਿ ਰਾਜਸੀ ਰੰਗਤ ਦੇ ਕੇ ਸਾਰਾ ਕੁਝ ਕੀਤਾ ਜਾ ਰਿਹਾ ਹੈ? ਦੂਜੇ ਪਾਸੇ ਜ਼ਰੂਰ ਹੈ, ਸਾਰਿਆਂ ਦੀ ਮੰਗ ਹੈ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਤਾਂ ਖੁੱਲਣਾ ਚਾਹੀਦਾ, ਕਿਉਂਕਿ ਗਿਣਤੀ ਦੇ ਦਿਨ ਬਾਕੀ ਰਹਿ ਗਏ ਹੈ ਪ੍ਰਕਾਸ਼ ਪੁਰਬ ਦੇ ਲਈ। ਜੀ ਮੇਰੀ ਬੇਨਤੀ ਇਹ ਹੈਗੀ ਹੈ ਕਿ ਚਾਹੇ SGPC ਨੇ ਡਿਮਾਂਡ ਰੇਜ਼ ਕੀਤੀ, ਚਾਹੇ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ, ਚਾਹੇ ਅਕਾਲ ਤਖ਼ਤ ਸਾਹਿਬ ਤੋਂ ਸਾਡੇ ਜਿਹੜੇ ਜਥੇਦਾਰ ਸਾਹਿਬ ਨੇ ਉਹਨਾਂ ਨੇ, ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕੀਤੀ, ਉਹ ਸਾਰੀਆਂ ਜਿਹੜੀਆਂ ਬੇਨਤੀਆਂ ਜਾਂ ਅਪੀਲਾਂ ਜਾਂ ਰਿਪਰੈਜ਼ੈਂਟੇਸ਼ਨਸ ਹੋਈਆਂ ਨੇ, ਉਹ ਸਾਰੀਆਂ ਉੱਥੇ ਰਜਿਸਟਰ ਹੁੰਦੀਆਂ ਨੇ। ਔਰ ਸਾਡੇ ਚੀਫ ਮਿਨਿਸਟਰ ਪੰਜਾਬ ਵੀ ਮਿਲ ਕੇ ਆਏ ਨੇ ਆਪਣਾ ਪ੍ਰਾਈਮ ਮਿਨਿਸਟਰ ਸਾਹਿਬ ਨੂੰ, ਉਹਨਾਂ ਨੇ ਵੀ ਇਹ ਗੱਲ ਕਹੀ ਹੈਗੀ ਹੈ। ਚੰਨੀ ਜੀ ਵੀ ਜਾ ਕੇ ਆਏ ਨੇ। ਮਤਲਬ ਇਹ ਨਹੀਂ ਹੈਗਾ ਕਿ ਸਿਰਫ ਕੋਈ BJP ਵੱਲੋਂ ਹੀ ਜਿਹੜੀ ਗੱਲ ਹੈ ਇੱਦਾਂ ਹੈਗੀ, ਬਾਕੀ ਦੀ ਜਿਹੜੀ ਕੋਈ ਸੈਂਟੀਮੈਂਟਸ ਜਾਂ ਹੋਰ ਹੈ ਉਹ ਇਗਨੋਰ ਹੁੰਦੇ ਨੇ। ਮੈਂ ਇੱਕ ਹੋਰ ਗੱਲ ਵੀ ਕਰਨੀ ਚਾਹੁੰਦਾ ਹੈ ਕਿ ਜੇ ਆਪਾਂ ਥੋੜਾ ਪਾਸ ਦੇਖੀਏ, ਇੱਕ ਤਾਂ ਮੋਦੀ ਜੀ ਇੱਥੇ ਬਹੁਤ ਸਮਾਂ ਰਹੇ ਨੇ ਆਪਣੇ ਇਸ ਪੰਚਕੂਲਾ ਵਗੈਰਾ ਤੇ ਹੋਰ, ਔਰ ਜਿੰਨੀ ਉਹਨਾਂ ਦੀ ਸਾਂਝ ਸਿੱਖੀਜ਼ਮ ਦੇ ਨਾਲ ਹੈਗੀ ਹੈ ਜਾਂ ਆਪਣੇ ਸਿੱਖਾਂ ਦੇ ਵਿੱਚ ਹੈਗੀ ਹੈ, ਉਹ ਵੀ ਕੋਈ ਇਹ ਨਹੀਂ ਹੈਗਾ ਕਿ ਉਹ ਸਾਂਝ ਨਹੀਂ ਹੈਗੀ। ਔਰ ਤੁਸੀਂ ਹੋਰ ਦੇਖੋਗੇ ਕਿ ਜਦੋਂ ਆਪਣਾ ਸੀਸਗੰਜ ਸਾਹਿਬ ਜਾਣਾ ਹੋਵੇ ਜਾਂ ਰਕਾਬਗੰਜ ਸਾਹਿਬ ਜਾਣਾ ਹੋਵੇ ਜਾਂ ਕਿਤੇ ਹੋਰ ਜਾਣਾ ਹੋਵੇ, ਉਹ ਪੂਰੇ ਨਤਮਸਤਕ ਹੁੰਦੇ ਨੇ, ਪੂਰੀ ਸ਼ਰਧਾ ਦੇ ਨਾਲ ਜਾਂਦੇ ਨੇ। ਇਹ ਕਿਸੇ ਧਰਮ ਦਾ ਨਹੀਂ ਰੌਲਾ, ਕਿਸੇ ਰਾਜਸੀ ਰੌਲਾ ਨਹੀਂ ਹੈਗਾ। ਔਰ ਇਹਦਾ ਜਿਹੜਾ ਹੈਗਾ ਇਹ ਸਾਰਿਆਂ ਦਾ ਸਾਂਝੇ ਗੁਰੂ ਸਾਹਿਬਾਨ ਸੀਗੇ, ਸਾਰਿਆਂ ਦੀ ਸਾਂਝੀ ਅਰਦਾਸ ਹੈ ਔਰ ਇਹ ਅਰਦਾਸ ਪੂਰੀ ਹੋਏਗੀ, ਉਮੀਦ ਹੈ। ਪਰ ਮੈਂ ਚੀਜ਼ ਹੋਰ ਜ਼ਰੂਰ ਜੀ ਚੰਨੀ ਸਾਹਿਬ, ਤੁਸੀਂ ਆਪਣੀ ਗੱਲ ਵੀ ਕਰਿਓ, ਪਰ ਧਾਰਨੀ ਸਰ ਤੁਸੀਂ ਆਪਣੀ ਗੱਲ ਵੀ ਮੁਕੰਮਲ ਕਰਿਓ। ਧਾਰਨੀ ਜੀ ਇਸ ਕਰਕੇ ਕਹਿ ਰਿਹਾ, ਉਹ ਕਹਿੰਦੇ ਵੀ ਜਿਹੜੀਆਂ ਪਹਿਲੀਆਂ ਅਪੀਲਾਂ ਕੀਤੀਆਂ ਗਈਆਂ, ਬੇਨਤੀਆਂ ਕੀਤੀਆਂ ਗਈਆਂ, ਉਹਨਾਂ ਤੇ ਕੇਂਦਰ ਵੱਲੋਂ ਕੋਈ ਸੁਣਵਾਈ ਜਾਂ ਟਸ ਤੋਂ ਮਸ ਨਹੀਂ ਹੋਇਆ ਕੇਂਦਰ। ਹੁਣ ਜਦੋਂ ਭਾਜਪਾ ਹਰਕਤ ਚ ਆਈ ਹੈ, ਤਦ ਹੀ ਜਿਹੜਾ ਹੈਗਾ ਮਾਮਲਾ ਤਾਂ ਸਾਰਿਆਂ ਦਾ, ਇਸ ਮਾਮਲੇ ਤੇ ਸਾਰੇ ਸਤਿਕਾਰ ਕਰਦੇ ਕਿ ਖੁੱਲਣਾ ਚਾਹੀਦਾ, ਪਰ ਉਹ ਕਹਿੰਦੇ ਕਿ ਪਹਿਲਾਂ ਦੀਆਂ ਬੇਨਤੀਆਂ ਪ੍ਰਵਾਨ ਹੀ ਨਹੀਂ ਕੀਤੀਆਂ ਗਈਆਂ, ਕੋਈ ਉਹਦਾ ਨੋਟਿਸ ਹੀ ਨਹੀਂ ਲਿਆ ਗਿਆ। BJP ਦਾ ਜਿਹੜਾ ਡੈਲੀਗੇਸ਼ਨ ਗਿਆ ਉਹਨੇ ਰਿਕੁਐਸਟ ਕੀਤੀ ਹੈ, ਉਹ ਰਿਕੁਐਸਟ ਤੇ ਅਜੇ ਫੈਸਲਾ, ਫਾਰਮਲ ਫੈਸਲਾ ਨਹੀਂ ਹੋਇਆ, ਉਹਦੇ ਤੇ ਸਾਰੀ ਹੋਣਾ ਹੈਗਾ। ਔਰ ਇਹ ਸਾਰੀਆਂ ਤਰ੍ਹਾਂ ਦੇ ਜਿਹੜਾ ਇਨਪੁਟਸ ਹੈਗੀਆਂ ਉਹ ਆਣੀਆਂ ਨੇ, ਡਿਫਰੈਂਟ ਏਜੰਸੀਜ਼ ਦੀਆਂ ਆਣੀਆਂ ਹੈਗੀਆਂ ਨੇ। ਇੱਕ ਇਹ ਜ਼ਰੂਰ ਹੈਗੀ ਹੈ ਕਿ ਇੱਕ ਕੰਸੈਂਸਸ ਬਣ ਰਿਹਾ ਵੀ ਇਹ ਜਿਹੜੀ ਗੱਲ ਆਪਾਂ ਨੂੰ ਜਿਹੜੀ ਲਾਂਘਾ ਹੈਗਾ ਕਰਤਾਰਪੁਰ ਸਾਹਿਬ ਦਾ, ਉਹ ਖੁੱਲ ਜਾਣਾ ਚਾਹੀਦਾ, ਖੁੱਲੇ। ਠੀਕ ਹੈ, ਠੀਕ ਹੈ, ਮਿਹਰਬਾਨੀ। ਧਾਰਨੀ ਸਾਹਿਬ, ਇਸ ਮੁੱਦੇ ਤੇ ਚੰਨੀ ਜੀ ਦਾ ਕਹਿਣਾ ਹੈ ਕੋਈ ਇਹੋ ਜਿਹੀ ਗੱਲ ਨਹੀਂ, BJP ਦਾ ਵਫਦ ਜ਼ਰੂਰ ਗਿਆ, ਪਰ ਸਾਰਿਆਂ ਦੀ ਸਹਿਮਤੀ ਤੇ ਸਾਂਝੀ ਇੱਕ ਰਾਏ ਬਣ ਰਹੀ ਹੈ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ ਜਾਵੇ, ਖੋਲਿਆ ਜਾਵੇ। ਇਹਦੇ ਲਈ ਕਿਸੇ ਪਾਰਟੀ ਵਿਸ਼ੇਸ਼ ਨੂੰ ਕ੍ਰੈਡਿਟ ਦੇਣ ਵਾਲੀ ਗੱਲ ਨਹੀਂ ਹੈ। ਧਾਰਨੀ ਜੀ।
ਦੇਖੋ ਜੀ ਚੰਨੀ ਸਰ। ਸਾਹਿਬ, ਮੈਂ ਕਿਹਾ ਬਹੁਤ ਹੀ ਸਿਆਣੇ ਔਰ ਬੜੇ ਡਿਪਲੋਮੈਟਿਕ ਜਿਹੜੇ ਹੈਗੇ ਆ ਡਿਊਟੀਆਂ ਤੇ ਉੱਤੇ ਰਹੇ ਹੈਗੇ ਆ। ਇਹਨਾਂ ਨੇ ਗੱਲ ਕੀਤੀ ਹੈ ਕਿ 1999 ਦੇ ਵਿੱਚ ਮੋਦੀ ਸਾਹਿਬ ਨੇ ਵੀ ਇਸ ਬਾਰੇ ਕਿਹਾ ਕਿ ਜਿਹੜਾ ਹੈਗਾ ਬਰਲਿਨ ਦੀ ਦੀਵਾਰ ਮੰਗਣਾ, ਇਹ ਸਾਰਾ ਕੁਝ ਖਤਮ ਹੋਣਾ ਚਾਹੀਦਾ ਹੈ। ਦੇਖੋ ਬਿਲਕੁਲ ਇਹ ਸਹੀ ਗੱਲ ਹੈਗੀ ਆ। ਗੱਲਾਂ ਕਹਿਣ ਨੂੰ ਸੁਣਨ ਨੂੰ ਬਹੁਤ ਚੰਗੀਆਂ ਹੈਗੀਆਂ। ਜਿਵੇਂ ਮੋਦੀ ਸਾਹਿਬ ਜਦੋਂ ਮੁੱਖ ਮੰਤਰੀ ਸੀ ਉਦੋਂ ਉਹਨਾਂ ਨੇ MSP ਤੇ ਕਾਨੂੰਨ ਬਣਾਉਣ ਦੀ ਵੀ ਗੱਲ ਕਰਦੇ ਰਹੇ ਹੈਗੇ ਆ। ਮੈਂ ਇੱਕੋ ਗੱਲ ਪੁੱਛਦਾ ਹੈਗਾ ਕਿ ਸਾਰੇ ਦਾ ਸਾਰਾ ਚਾਈਨਾ ਦਾ ਬਾਰਡਰ ਅੱਜ ਡਿਸਟਰ ਬਾਰਡਰ ਹੈਗਾ ਔਰ ਇੰਟਰਨੈਸ਼ਨਲ ਲੈਵਲ ਤੇ ਬਹੁਤ ਕੁਝ ਗੱਲਾਂ ਹੋ ਰਹੀਆਂ ਹੈਗੀਆਂ, ਪਰ ਪੰਜਾਬ ਔਰ JNK ਦੇ ਵਿੱਚ ਜਿਹੜੀ ਜਾਣ ਬੁੱਝ ਕੇ ਅੱਗ ਬਾਲੀ ਜਾ ਰਹੀ ਹੈਗੀ ਆ, ਬਾਰ-ਬਾਰ ਇਸ ਤਰ੍ਹਾਂ ਦੇ ਰਿਲੇਸ਼ਨ ਖਟਾਸ ਲਿਆਂਦੀ ਜਾ ਰਹੀ ਹੈਗੀ ਆ, ਜਿਹਦਾ ਰੀਜ਼ਨ ਕੀ ਹੋ ਰਿਹਾ ਹੈਗਾ। ਦੇਖੋ ਅਸੀਂ ਇਹ ਕਹਿੰਦੇ ਹੈਗੇ ਆ ਕਿ ਜਿਹੜਾ ਸਿਲਕ ਰੂਟ ਹੈਗਾ ਉਸ ਨੂੰ ਬਹਾਲ ਕੀਤਾ ਜਾਵੇ। ਮੈਂ ਕਹਿੰਦਾ ਕਿ ਦੋਵਾਂ ਦੇਸ਼ਾਂ ਜਿਹੜੀ ਧਾਰਮਿਕ ਆਸਥਾ ਹੈ ਜਿਹੜੀ ਉਹ ਪੂਰੀ ਹੋਣੀ ਚਾਹੀਦੀ ਹੈ ਔਰ ਸਾਡੇ ਵਿਚਾਲੇ ਇੱਕ ਇਸ ਤਰ੍ਹਾਂ ਦੇ ਜਿਹੜੇ ਹੈਗੇ ਖਟਾਸ ਦਾ, ਚਾਹੇ ਦੇਖੋ ਪਿਛਲੇ ਦਿਨਾਂ ਦੇ ਵਿੱਚ ਬਾਰਡਰ ਹੈ ਜਿਹੜਾ ਉਹ 15 ਦੀ ਥਾਂ ਦੇ ਉੱਤੇ BSF ਨੂੰ 50 ਕਿਲੋਮੀਟਰ ਦਾ ਜਿਹੜਾ ਏਰੀਆ ਦੇ ਕੇ ਇੱਕ ਸਟ੍ਰੇਨ ਰਿਲੇਸ਼ਨ ਇਸ ਤਰ੍ਹਾਂ ਦੇ ਬਣਾਉਣ ਦੀ ਕੋਸ਼ਿਸ਼ ਕੀਤੀ ਵੀ ਹੈਗੀ ਹੈ ਔਰ ਉਸੇ ਦੌਰਾਨ ਜਿਹੜਾ ਹੈਗਾ BJP ਦਾ ਵਫਦ ਜਿਹੜਾ ਹੈਗਾ ਜਾ ਕੇ ਇਹ ਕੀ ਮਤਲਬ ਜਿਹੜਾ ਹੈਗਾ ਲੋਕਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹੈਗੇ ਆ। ਮੈਂ ਇਹ ਸਮਝਦਾ ਹੈਗਾ ਕਿ ਇਸ ਦੇ ਪਿੱਛੇ ਮੈਂ ਇਹਨਾਂ ਨੂੰ ਚਾਲਾਂ ਦੇ ਉੱਪਰ ਕੁਝ ਨਹੀਂ ਮੰਨਦਾ ਹੈਗਾ। ਇਹ ਚਾਲਾਂ ਹੈਗੀਆਂ ਕਿ ਕਿਹਨੇ ਕ੍ਰੈਡਿਟ ਵਾਰ ਚੱਲੀ ਵੀ ਹੈਗੀ ਹੈ ਕਿ ਕਿਹਨੇ ਕ੍ਰੈਡਿਟ ਲੈਣਾ ਹੈਗਾ, ਕੌਣ ਕ੍ਰੈਡਿਟ ਲੈ ਕੇ ਜਿਹੜਾ ਹੈਗਾ ਅੱਗੇ ਆਉਣ ਦੀ ਕੋਸ਼ਿਸ਼ ਕਰ ਰਿਹਾ ਹੈਗਾ। ਸੋ ਦੇਖੋ ਹਰ ਬੰਦੇ ਦੀ ਧਾਰਮਿਕ ਆਸਥਾ ਹੈਗੀ ਆ। ਜਦੋਂ ਮੋਦੀ ਸਾਹਿਬ ਜਾਂਦੇ ਹੈਗੇ ਆ ਕਿਤੇ ਵੀ ਜਾਣਾ ਹੋਵੇ ਉਹਨਾਂ ਨੇ, ਚਾਹੇ ਉਹ ਕੇਦਾਰਨਾਥ ਗਏ ਹੈਗੇ ਆ, ਬਹੁਤ ਹੀ ਅਸੀਂ ਸ਼ਲਾਘਾਯੋਗ ਕਦਮ ਹੈਗਾ ਕਿ ਉਹਨਾਂ ਨੂੰ ਆਪਣੀ ਆਸਥਾ ਲਈ ਜਾਣਾ ਚਾਹੀਦਾ ਹੈਗਾ। ਪਰ ਜਦੋਂ ਸਿੱਖਾਂ ਦੀ, ਦੇਖੋ ਸਿੱਖਾਂ ਦਾ ਜੇ ਓਰੀਜਨ ਦੀ ਗੱਲ ਕਰੀਏ ਤਾਂ ਉਹ ਪਾਕਿਸਤਾਨ ਤੋਂ ਹੀ ਸਟਾਰਟ ਹੁੰਦੀ ਹੈ, ਨਨਕਾਣਾ ਸਾਹਿਬ ਤੋਂ, ਜਿੱਥੇ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਔਰ ਜਿਹੜੀ ਉਹਦੀ ਆਖਰੀ ਉਹਨਾਂ ਦਾ ਪੰਧ ਸੀ ਉਹ ਜਾ ਕੇ ਕਰਤਾਰਪੁਰ ਸਾਹਿਬ ਦੇ ਵਿੱਚ ਨਿਭਿਆ। ਉਸ ਤੋਂ ਬਿਨਾਂ ਲਾਹੌਰ ਦੇ ਵਿੱਚ ਕਿੰਨੇ ਗੁਰਦੁਆਰਾ ਸਾਹਿਬਾਨ ਜਿੱਥੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ। ਸੋ ਇਹ ਜਿਹੜੀਆਂ ਆਸ ਹੈਗੀਆਂ, ਮੈਨੂੰ ਇਹ ਲੱਗਦਾ ਕਿ ਦੀ ਆਸਥਾ ਦੇ ਵਿਚਾਲੇ ਹੀ ਕਿਸੇ ਨਾ ਕਿਸੇ ਤਰ੍ਹਾਂ ਜਿਹੜੀਆਂ ਸੈਂਟਰ ਦੀਆਂ ਸਰਕਾਰਾਂ ਹੈਗੀਆਂ ਉਹ ਕੋਈ ਨਾ ਕੋਈ ਜਿਹੜਾ ਹੈਗਾ ਖੁਦਾ ਖੜਾ ਰੱਖਦੀਆਂ। ਮਿਹਰਬਾਨੀ ਤਾਨੀ ਸਾਹਿਬ, ਥੈਂਕ ਯੂ ਵੈਰੀ ਮਚ। ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਣੇ ਆ। ਬ੍ਰੇਕ ਤੋਂ ਇਸੇ ਮੁੱਦੇ ਤੇ ਆ ਰਹੇ ਵਾਪਸ। ਕਰਤਾਰਪੁਰ ਸਾਹਿਬ ਦਾ ਲਾਂਘਾ ਦੁਨੀਆ ਭਰ 'ਚ ਬੈਠੇ ਪੰਜਾਬੀਆਂ ਦੇ ਲਈ ਇੱਕ ਬਹੁਤ ਵੱਡਾ ਸੁਨੇਹਾ। ਲਾਂਘਾ ਖੋਲ੍ਹਣਾ ਚਾਹੀਦਾ। ਪ੍ਰਕਾਸ਼ ਪੁਰਬ ਦੇ ਮੌਕੇ ਤੇ ਸਾਰੇ ਅਰਦਾਸਾਂ ਕਰਦੇ ਆ ਕਿ ਜੋ ਜਾ ਸਕਦੇ ਆ ਖੁੱਲੇ ਦਰਸ਼ਨ ਦੀਦਾਰ ਕਰ ਸਕਣ। ਇਹਨਾਂ ਮੁੱਦਿਆਂ ਤੇ ਜਿਹੜੇ ਅਹਿਮ ਸਵਾਲ ਹੈ ਆਪਾਂ ਲਵਾਂਗੇ। ਸਾਡੇ ਨਾਲ ਜਿਹੜੇ ਮਹਿਮਾਨ ਜੁੜੇ ਹੋਏ ਆ ਔਰ ਗੱਲ ਕਰਾਂਗੇ ਛੋਟੀ ਜਿਹੀ ਬ੍ਰੇਕ ਦੇ ਬਾਅਦ। ਨਜ਼ਰੀਆ ਦੀ ਟੀਵੀ ਦਰਸ਼ਕਾਂ ਦਾ ਸਵਾਗਤ। ਮਰਿੰਦਰ ਜੀ, ਜਿਸ ਮੁੱਦੇ ਤੇ ਆਪਾਂ ਗੱਲ ਕਰ ਰਹੇ ਹਾਂ, ਬ੍ਰੇਕ ਤੋਂ ਪਹਿਲਾਂ ਧਾਰਨੀ ਸਾਹਿਬ ਨੇ, ਚੰਨੀ ਨੇ ਜਿਹੜੇ ਕਮੈਂਟਸ ਕੀਤੇ ਹੈ ਉਹਨਾਂ ਦਾ ਕਹਿਣਾ ਹੈ, ਖਾਸ ਤੌਰ ਤੇ ਧਾਰਨੀ ਸਾਹਿਬ ਨੇ ਜਿਹੜੇ ਸਵਾਲ ਉਠਾਏ ਹੈ ਕਿ ਭਾਜਪਾ ਵੱਲੋਂ ਜਾਣਬੁੱਝ ਕੇ ਕਸ਼ਮੀਰ ਦੀ ਗੱਲ ਕਰ ਲਈਏ, ਪੰਜਾਬ ਦੀ ਗੱਲ ਕਰ ਲਈਏ, ਉਹਨਾਂ ਨੇ ਸ਼ਬਦ ਵਰਤਿਆ ਕਿ ਅੱਗ ਲਾਈ ਜਾ ਰਹੀ ਹੈ। ਖਾਸ ਤੌਰ ਤੇ ਇਸ ਖਿੱਤੇ ਨੂੰ ਦੋਸਤੀ ਤੇ ਸਦਭਾਵਨਾ ਦੀ ਲੋੜ ਹੈ। ਜੇ ਕਰਤਾਰਪੁਰ ਸਾਹਿਬ ਲਾਂਘੇ ਦੀ ਗੱਲ ਕਰੀਏ ਤਾਂ ਅਮਰਿੰਦਰ ਜੀ ਤੁਹਾਨੂੰ ਚੇਤੇ ਹੋਏਗਾ ਉਹਦੇ ਇੱਕ ਸ਼ਬਦ ਵਰਤਿਆ ਗਿਆ ਸੀ ਕਿ ਲਾਂਘਾ ਜਿਹੜਾ ਹੈਗਾ ਪਾਕਿਸਤਾਨ ਤੇ ਭਾਰਤ ਦੇ ਵਿਚਕਾਰ ਦੋਸਤੀ ਦਾ ਪੁਲ ਨਿਭਾਏਗਾ, ਦੋਸਤੀ ਦਾ ਪੈਗਾਮ ਦੇਗਾ। ਫਿਰ ਕਿਉਂ ਦੋਸਤੀ ਦੇ ਪੈਗਾਮ ਤੇ ਇਦਾਂ ਦੀ ਰਾਜਨੀਤੀ ਹੋ ਰਹੀ ਹੈ? ਜੀ ਅਮਰਿੰਦਰ ਜੀ। ਦੇਖੋ ਸਿੱਧੂ ਸਾਹਿਬ, ਬਿਲਕੁਲ ਜੋ ਧਾਰਨੀ ਸਾਹਿਬ ਦੇ ਵਿਚਾਰ ਹੈਗੇ ਕਾਫੀ ਹੱਦ ਤੱਕ ਮੈਂ ਉਹਨਾਂ ਨਾਲ ਸਹਿਮਤ ਹਾਂ ਕਿ ਬਈ ਜਿਹੜਾ ਬਰਲਿਨ ਦੀ ਦੀਵਾਰ ਜਿਹੜਾ ਘੇਰਨ ਦੀ ਗੱਲ ਕਰ ਰਹੇ ਆ ਮੋਦੀ ਸਾਹਿਬ, ਉਹ ਸਿਰਫ ਇੱਕ ਮਤਲਬ ਜੁਮਲੇਬਾਜ਼ੀ ਕਰ ਰਹੇ ਆ। ਉਹ ਗਰਾਊਂਡ ਦੇ ਉੱਪਰ ਐਸਾ ਕੁਝ ਦਿਖ ਨਹੀਂ ਰਿਹਾ। ਗਰਾਊਂਡ ਦੇ ਉੱਪਰ ਜਦੋਂ ਅਸੀਂ ਦੇਖਦੇ ਹਾਂ ਤੇ ਕਰਤਾਰਪੁਰ ਕੋਰੀਡੋਰ ਨੂੰ ਜ਼ਬਰਦਸਤੀ ਬੰਦ ਕੀਤਾ ਗਿਆ ਜਦੋਂ ਕਿ ਸਾਰੀਆਂ ਯਾਤਰਾਵਾਂ ਚੱਲ ਰਹੀਆਂ। ਇਹ ਪ੍ਰੈਕਟੀਕਲੀ ਇਹ ਹੋ ਰਿਹਾ। ਦੂਸਰੀ ਗੱਲ ਇਹਨਾਂ ਨੇ ਕੀਤੀ ਹੈ ਕਿ ਜਿਹੜਾ BSF ਦਾ ਜਿਹੜਾ ਇਹਨਾਂ ਨੇ ਦਾਇਰਾ ਵਧਾ ਕੇ 15 ਕਿਲੋਮੀਟਰ ਤੋਂ 50 ਕਿਲੋਮੀਟਰ ਕੀਤਾ ਹੈ, ਉਹਦੇ ਸਭ ਤੋਂ ਜਿਹੜੀ ਦਿਲਚਸਪ ਗੱਲ ਇਹ ਹੈ ਕਿ BSF ਨੂੰ ਇਹਨਾਂ ਨੇ ਅਧਿਕਾਰ ਤਾਂ ਦਿੱਤੇ ਹੈ, ਪਰ ਜਦੋਂ ਗੱਲ ਕਰਦੇ ਆ ਕਿ ਜਿਹੜੀ ਬਾਰਡਰ ਏਰੀਆਜ਼ ਡਿਵੈਲਪਮੈਂਟ ਦੀ ਜਿਹੜੀ ਰਾਸ਼ੀ ਆਉਂਦੀ ਹੈ ਸੈਂਟਰ ਕੋਲੋਂ, ਕੀ ਉਹ 50 ਕਿਲੋਮੀਟਰ ਤੱਕ ਸੈਂਟਰ ਦੇਏਗਾ? ਹੁਣ ਉਹਦੇ ਤੇ ਉਹ ਚੁੱਪੀ ਧਾਰ ਲੈਂਦੇ ਆ ਕਿ ਨਹੀਂ, ਅਸੀਂ ਇੰਨਾ ਪੈਸਾ ਨਹੀਂ ਦੇ ਸਕਦੇ, ਅਸੀਂ ਤਾਂ ਸਿਰਫ ਡੰਡੇ ਹੀ ਲਾ ਸਕਦੇ ਹਾਂ।
ਸੋ ਇਹ ਜਿਹੜਾ ਇੱਕ ਡਿਊਲ ਚਿਹਰਾ ਹੈਗਾ ਕਿ ਜੇ ਬਾਰਡਰ ਡਿਵੈਲਪਮੈਂਟ ਦੀ ਜਦੋਂ ਗੱਲ ਆਉਂਦੀ ਹੈ ਤੇ ਜਦੋਂ ਤੁਸੀਂ 50 ਕਿਲੋਮੀਟਰ ਮੰਨ ਰਹੇ ਹੋ ਉਹਨੂੰ BSF ਨੂੰ ਅਧਿਕਾਰ ਦੇ ਦਿੱਤਾ ਤੇ ਬਾਰਡਰ ਡਿਵੈਲਪਮੈਂਟ ਦੇ ਜਿਹੜਾ ਫੰਡਸ ਹੈ ਉਹਨੂੰ 50 ਕਿਲੋਮੀਟਰ ਤੱਕ ਕਿਉਂ ਨਹੀਂ ਤੁਸੀਂ ਉਹਨੂੰ ਅਪਲਾਈ ਕਰਦੇ? ਉੱਥੇ ਤੁਸੀਂ ਕਹਿੰਦੇ ਹੋ ਕਿ ਜੀ ਉਹ 2-3 ਕਿਲੋਮੀਟਰ ਤੱਕ ਹੀ ਅਸੀਂ ਫੰਡ ਦੇਵਾਂਗੇ ਉਹਨਾਂ ਦੀ ਡਿਵੈਲਪਮੈਂਟ ਦਾ। ਸੋ ਇਹ ਇੱਕ ਦੋਹਰਾ ਚਿਹਰਾ ਜਿਹੜਾ ਹੈਗਾ ਇਹ ਸਾਹਮਣੇ ਉਹਨਾਂ ਦਾ ਦੇਖਣ ਨੂੰ ਮਿਲ ਰਿਹਾ ਹੈ ਤੇ ਇੱਕ ਕਿਸ ਮਨਸ਼ਾ ਦੇ ਨਾਲ ਇਹ ਕੀਤਾ ਜਾ ਰਿਹਾ ਹੈ ਇਹ ਸਮਾਂ ਦੱਸੇਗਾ। ਤੇ ਦੂਸਰੀ ਗੱਲ ਮੈਂ ਬੇਨਤੀ ਇਹ ਕਰਾਂਗਾ ਕਿ ਇਹ ਜਿਹੜਾ ਅਮਨ ਦਾ ਇੱਕ ਰਸਤਾ ਹੈਗਾ ਇਹ ਵਨ ਸਾਈਡਡ ਨਹੀਂ ਹੋ ਸਕਦਾ। ਜੇ ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਨੂੰ ਡਿਵੈਲਪ ਕਰਕੇ ਕਰਤਾਰਪੁਰ ਕੋਰੀਡੋਰ ਦੀ ਜਿਹੜੀ ਇੱਕ ਨੀਂਹ ਰੱਖੀ ਹੈ ਤੇ ਇੰਡੀਆ ਨੂੰ ਵੈਲਕਮ ਕੀਤਾ ਕਿ ਤੁਸੀਂ ਆਪਣੇ ਬੰਦੇ ਭੇਜੋ, ਤੇ ਮੈਂ ਸਮਝਦਾ ਸਿੱਖਾਂ ਦੇ ਵਿੱਚ ਅੱਜ ਸਮਰੱਥਾ ਨਹੀਂ ਹੈ ਕਿ ਉਸ ਨੂੰ ਉਹ ਰੈਸੀਪ੍ਰੋਕੇਟ ਕਰ ਸਕਣ ਪਾਕਿਸਤਾਨ ਨੂੰ ਕਿ ਵੀ ਉਹਦਾ ਦੇ ਸਕਣ ਜਵਾਬ। ਲੇਕਿਨ ਕਿਉਂਕਿ ਇਹ ਹਿੰਦੂ ਰਾਸ਼ਟਰ ਦੇ ਵੱਲ ਜਾ ਰਹੇ ਹੈ ਸੋ ਇਹਨਾਂ ਨੂੰ ਬੇਨਤੀ ਇਹ ਜ਼ਰੂਰ ਕਰਾਂਗੇ ਕਿ ਪਾਕਿਸਤਾਨ ਦੇ ਲੋਕਾਂ ਨੂੰ ਵੀ ਇੱਥੇ ਜਿਹੜੇ ਉਹਨਾਂ ਦੇ ਧਾਮ ਹੈਗੇ ਹੈ ਅਜਮੇਰ ਸ਼ਰੀਫ ਹੈ ਜਾਂ ਦਿੱਲੀ ਦੇ ਵਿੱਚ ਜਿਹੜੇ ਉਹਨਾਂ ਦੇ ਸਥਾਨ ਹੈਗੇ ਹੋਰ ਜਿੰਨੇ ਵੀ ਉਹਨਾਂ ਦੇ ਇਸਲਾਮਿਕ ਜਿਹੜੇ ਸੈਂਟਰਸ ਹੈਗੇ ਉਹਨਾਂ ਦੇ ਵਿੱਚ ਉਹਨਾਂ ਨੂੰ ਵੀ ਉਸੇ ਤਰੀਕੇ ਦੀ ਖੁੱਲ ਇਹਨਾਂ ਨੂੰ ਫਰਾਕ ਦਿਲੀ ਦਿਖਾ ਕੇ ਦੇਣੀ ਚਾਹੀਦੀ ਹੈ ਤਾਂ ਕਿ ਇੱਕ ਬਰਾਬਰ ਦਾ ਮੈਸੇਜ ਜਿਹੜਾ ਜਾ ਸਕੇ। ਉਹ ਮੈਸੇਜ ਸਾਡੇ 'ਚ ਤਾਂ ਸਮਰੱਥਾ ਅੱਜ ਦੀ ਤਰੀਕ 'ਚ ਨਹੀਂ ਹੈ ਕਿ ਉਹਨਾਂ ਨੇ ਸਾਨੂੰ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਰਸਤਾ ਖੋਲਿਆ ਲੇਕਿਨ ਅਸੀਂ ਮਤਲਬ ਉਹਨਾਂ ਨੂੰ ਰੈਸੀਪ੍ਰੋਕੇਟ ਨਹੀਂ ਕਰ ਪਾ ਰਹੇ। ਅਸੀਂ ਇਹਨਾਂ ਨੂੰ ਹੀ ਬੇਨਤੀਆਂ ਕਰ ਰਹੇ ਹਾਂ ਕਿ ਇੱਕ ਦੇਸ਼ ਤੋਂ ਦੂਜੇ ਦੇਸ਼ ਨਾਲ ਹੋ ਸਕਦਾ ਨਾ ਜੀ ਉਹ ਤਾਂ ਇੱਕ ਦੇਸ਼ ਤੋਂ ਦੂਜੇ ਦੇਸ਼ ਦੇ ਸੰਬੰਧਾਂ ਨਾਲ ਜੁੜੇ ਮਾਮਲੇ। ਹਾਂ ਅਸੀਂ ਤਾਂ ਦਿਲ ਦੇ ਦਿਲੋਂ ਉਹਨਾਂ ਨੂੰ ਧੰਨਵਾਦ ਹੀ ਕਰ ਸਕਦੇ ਹਾਂ ਕਿ ਉਹਨਾਂ ਨੇ ਇਹ ਮਤਲਬ ਸਿੱਖ ਭਾਈਚਾਰੇ ਲਈ ਇਹ ਚੀਜ਼ ਜਿਹੜੀ ਹੈ ਥੈਂਕ ਯੂ ਵੈਰੀ ਮਚ ਤੇ ਥੈਂਕ ਯੂ। ਆਪਾਂ ਜਵਾਬ ਲੈਂਦੇ ਹਾਂ। ਚਰਨਜੀਤ ਧਾਰਨੀ ਜੀ ਨੇ ਚੇਚੇ ਤੌਰ ਤੇ ਕਿਹਾ ਹੈ ਕਿ ਜਿਹੜੀਆਂ ਭਾਜਪਾ ਦੀਆਂ ਨੀਤੀਆਂ ਹੈ ਖਾਸ ਤੌਰ ਤੇ ਜਦੋਂ ਗੱਲ ਕਰਦੇ ਆ ਕਸ਼ਮੀਰ ਦੀ ਜਾਂ ਚੇਚੇ ਤੌਰ ਤੇ ਪੰਜਾਬ ਦੀ ਤਾਂ ਉਹ ਬੜੀਆਂ ਨਾ ਪੱਖੀ ਹੈ ਅੱਗ ਲਾਉਣ ਵਾਲੀਆਂ। ਉਹ ਕਹਿੰਦੇ ਇਹੋ ਜਿਹੇ ਮੁੱਦਿਆਂ ਤੇ ਰਾਜਨੀਤੀ ਕਿਉਂ ਕੀਤੀ ਜਾ ਰਹੀ ਹੈ? ਇੱਕ ਪਾਸੇ ਆਪਾਂ BSF ਦੀ ਗੱਲ ਕਰਦੇ ਹਾਂ 50 ਕਿਲੋਮੀਟਰ ਦੇ ਦਾਇਰੇ ਦੀ ਗੱਲ ਕਰਦੇ ਹਾਂ, ਦੂਜੇ ਪਾਸੇ ਦੂਰੇ ਮਾਪਦੰਡ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਤਾਂ ਕੋਈ ਧਾਰਮਿਕ ਜਿਹੜੀਆਂ ਯਾਤਰਾ ਹੈਗੀਆਂ ਉਹਨਾਂ ਨੂੰ ਇਜਾਜ਼ਤ ਦਿੱਤੀ ਜਾ ਰਹੀ ਹੈ ਤੇ ਫਿਰ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਵਿਸ਼ੇਸ਼ ਤੌਰ ਤੇ ਕਰੋਨਾ ਦਾ ਅੜਿੱਕਾ ਕਿਉਂ ਬਣ ਗਿਆ ਜੀ? ਚੰਨੀ ਸਾਹਿਬ। ਸਿੱਧੂ ਸਾਹਿਬ ਗੱਲ ਇਹ ਹੈਗੀ ਹੈ ਧਾਰੀ ਸਾਹਿਬ ਨੂੰ ਤੇ ਸਾਹਿਬ ਮਹਿੰਦਰ ਸਿੰਘ ਨੂੰ ਵੀ ਇਸ ਗੱਲ ਦਾ ਪਤਾ ਹੈ ਕਿ ਦੇਖੋ ਜਿਹੜਾ ਸਾਡਾ ਗੁਆਂਢੀ ਮੁਲਕ ਹੈ ਨਾ ਜੀ ਇਹ ਆਪਾਂ ਲੜਾਈਆਂ ਵੀ ਲੜ ਲਈਆਂ ਔਰ ਆਪਾਂ ਨੂੰ ਪਤਾ ਹੈ ਵੀ ਇਹਨਾਂ ਨੇ ਕਿੰਨੀ ਕੋਸ਼ਿਸ਼ ਕੀਤੀ ਹੈ ਅਜੇ ਵੀ ਅੱਜ ਵੀ ਜਿਹੜਾ ਨਸ਼ਾ ਆ ਰਿਹਾ ਹੈ ਹਥਿਆਰ ਆ ਰਹੇ ਹੈ ਡਰੋਨਸ ਆ ਰਹੇ ਨੇ ਉਹ ਸਾਡੇ ਵੱਲੋਂ ਤਾਂ ਨਹੀਂ ਨਾ ਜਾ ਰਹੇ ਔਰ ਜਿੰਨਾ ਅਜੇ ਇਹ ਨਹੀਂ ਪਤਾ ਵੀ ਕਿੰਨਾ ਨਹੀਂ ਫੜਿਆ ਜਾ ਰਿਹਾ ਔਰ ਸਾਰਾ ਇਹਨਾਂ ਦੀ ਹੀ ਦੇਣ ਹੈਗੀ ਹੈ। ਇਹ ਸਾਡੀ ਜਵਾਨੀ ਨੂੰ ਸਾਡੀ ਕੌਮ ਨੂੰ ਸਾਡੀ ਜਿਹੜੀ ਮੈਂ ਕਹਿੰਦਾ ਅਸੀਂ ਕਿਉਂਕਿ ਬਾਰਡਰ ਸਟੇਟ ਹੈਗੇ ਆ ਇਹ ਸਾਨੂੰ ਖਤਮ ਕਰਨ ਵਾਲੇ ਪਾਸੇ ਇਹ ਜਿਹੜੀਆਂ ਵਿਦੇਸ਼ੀ ਤਾਕਤਾਂ ਨੇ ਉਹ ਲੱਗੀਆਂ ਹੋਈਆਂ ਨੇ। ਹੁਣ ਜੇ ਇਹਨਾਂ ਦੀ ਸਿੰਸੈਰਿਟੀ ਦੀ ਆਪਾਂ ਗੱਲ ਕਰ ਲਈਏ ਇੱਕ UN ਜਿਹੜੀ ਜਨਰਲ ਅਸੈਂਬਲੀ ਹੈ ਉਹਦੇ ਮਤੇ ਪਾਏ ਹੋਏ ਨੇ ਕਿ ਇੰਟਰ ਕਲਚਰਲ ਔਰ ਇੰਟਰ ਰਿਲੀਜੀਅਸ ਜਿਹੜੇ ਫੇਥ ਨੇ ਉਹਨਾਂ ਦੀ ਪ੍ਰੋਟੈਕਸ਼ਨ ਹਰੇਕ ਮੈਂਬਰ ਕੰਟਰੀ ਨੇ ਕਰਨੀ ਹੈ। ਔਰ ਤੁਸੀਂ ਦੇਖੋ ਦਸੰਬਰ 20 ਦੇ ਵਿੱਚ ਇਹਨਾਂ ਨੇ ਜਿਹੜਾ ਕਰਤਾਰਪੁਰ ਸਾਹਿਬ ਦੀ ਮੈਨੇਜਮੈਂਟ ਸੀਗੀ ਉਹ ਵੈਕਿਊ ਟਰਸਟ ਪ੍ਰਾਪਰਟੀ ਦੇ ਉਹਨਾਂ ਦੇ ਹਵਾਲੇ ਕਰਤੀ ਜਿਹੜੀ ਕਿ ਨੌਨ ਸਿੱਖਸ ਨੂੰ ਇਹਨਾਂ ਨੇ ਹੈਂਡ ਓਵਰ ਕਰਤੀ। ਇਦੋਂ ਮਤਲਬ ਮਾੜੀ ਗੱਲ ਕੀ ਹੋ ਸਕਦੀ ਹੈ ਜਦੋਂ ਕਿ ਉੱਥੇ ਪਾਕਿਸਤਾਨ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈਗੀ ਹੈ ਉਹਨਾਂ ਦਾ ਪਹਿਲਾਂ ਸਾਰਾ ਜਿਹੜਾ ਸੀਗਾ ਉਹਨਾਂ ਦਾ ਕੰਟਰੋਲ ਸੀਗਾ। ਮਤਲਬ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਨਾ ਇਹ ਕਿਤੇ ਨਾ ਕਿਤੇ ਨੇ ਕੀ ਉਹ ਸ਼ਰੇਆਮ ਮੈਂ ਕਹਿੰਦਾ ਹੈ ਕਿ ਐਡਾ ਛੋਟਾ ਮੁਲਕ ਔਰ ਇੰਨੀ ਉਹਨਾਂ ਦੀ ਜੁਰਤ ਕਿ ਉਹ ਸਾਨੂੰ ਕੁਝ ਸਮਝਦੇ ਨਹੀਂ ਔਰ ਸਾਡੇ ਨਾਲ ਪੰਗਾ ਲੈਣ ਤੋਂ ਬਾਜ ਨਹੀਂ ਆ ਰਹੇ ਔਰ ਥਾਂ ਤੇ ਹੁਣ ਅਸੀਂ ਕਿੱਥੇ ਉਹਨਾਂ ਦੇ ਏਰੀਆ ਦੇ ਵਿੱਚ ਜਾਂਦੇ ਹਾਂ ਔਰ ਸਾਡਾ ਕੋਈ ਏਰੀਆ ਦੱਸੋ ਜਿਹੜਾ ਸੇਫ ਹੈਗਾ ਉਹਨਾਂ ਵੱਲੋਂ ਜਿੱਥੇ ਉਹ ਕੋਈ ਸ਼ਰਾਰਤ ਨਹੀਂ ਕਰਦੇ ਜਾਂ ਹਰ ਤਰ੍ਹਾਂ ਦੀ ਉਹ ਮਤਲਬ ਬਹੁਤ ਲੰਬੀ ਗੱਲ ਹੋ ਜਾਏਗੀ ਮੈਂ ਤਾਂ ਉਸ ਕਰਕੇ ਨਹੀਂ ਜੀ ਬਿਲਕੁਲ ਚੰਨੀ ਸਾਹਿਬ ਆਪਾਂ ਜਿਸ ਮੁੱਦੇ ਤੇ ਗੱਲ ਕਰਦੇ ਹਾਂ ਆਪਾਂ ਉਸੇ ਮੁੱਦੇ ਤੇ ਜੇ ਆਪਾਂ ਗੱਲ ਕੇਂਦਰਿਤ ਰੱਖਦੇ ਹਾਂ ਕਰਤਾਰਪੁਰ ਸਾਹਿਬ ਲਾਂਘੇ ਦੀ ਗੱਲ ਕਰਦੇ ਹਾਂ ਉੱਥੇ ਤੇ ਦੇਖੋ ਸੁਰੱਖਿਆ ਦੇ ਦੋਨੇ ਪਾਸੇ ਬੜੇ ਇੰਤਜ਼ਾਮ ਹੈ ਕੋਈ ਇਸ ਤਰ੍ਹਾਂ ਦੀ ਸੰਭਾਵਨਾ ਨਹੀਂ ਹੈਗੀ ਕਿ ਜਿਹੜਾ ਸਿਕਿਉਰਿਟੀ ਦੇ ਅਰੇਂਜਮੈਂਟ ਉਹਨੂੰ ਲੰਘ ਕੇ ਇੱਕ ਮੁਲਕ ਤੋਂ ਦੂਜੇ ਮੁਲਕ ਚ ਚਲਿਆ ਜਾਏਗਾ। ਉੱਥੇ ਸੀਮਿਤ ਜੇ ਦਾਇਰੇ ਦੇ ਅੰਦਰ ਹੈ ਕਿ ਤਾਂ ਜਾਇਆ ਜਾ ਸਕਦਾ ਨਾ ਜੀ। ਨਹੀਂ ਮੈਂ ਮਨਾ ਨਹੀਂ ਕਰ ਰਿਹਾ ਮੈਂ ਵੈਸੇ ਗੱਲ ਕਰ ਰਿਹਾ ਕਿ ਇੱਕ ਜਿਹੜਾ ਗੁਆਂਢੀ ਮੁਲਕ ਹੈ ਉਹਦੀ ਫੋਰਨ ਪਾਲਿਸੀ ਕੀ ਹੈਗੀ ਹੈ ਉਹਦੀ ਡਿਪਲੋਮੈਟਿਕ ਪਾਲਿਸੀ ਕੀ ਹੈ ਇੱਕ ਨੇਬਰ ਦੇ ਪ੍ਰਤੀ ਉਹ ਕਿੰਨੀ ਕੁ ਸੁਹਿਰਦਤਾ ਹੈਗੀ ਹੈ ਕਿੰਨੀ ਕੁ ਉਹ ਸ਼ਾਂਤੀ ਚਾਹੁੰਦੇ ਆ ਮੈਂ ਇਹੋ ਜਿਹੀਆਂ ਗੱਲਾਂ ਜਿਹੜੀਆਂ ਹੈਗੀਆਂ ਉਹ ਕਰਨੀਆਂ ਚਾਹੁੰਦਾ। ਮਤਲਬ ਇਹ ਤਾਂ ਠੀਕ ਆ ਲੰਘ ਇਹ ਤਾਂ ਹੁਣ ਆਪਾਂ ਇਹ ਪ੍ਰਪੋਜ਼ਲ ਵੀ ਚੱਲ ਰਹੀ ਹੈਗੀ ਹੈ ਕਿ ਸ਼ਾਇਦ ਆਪਾਂ ਜ਼ਮੀਨ ਐਕਸਚੇਂਜ ਕਰ ਲਈਏ ਤਾਂ ਕਿ ਹੋਰ ਵੀ ਜਿਹੜਾ ਇਹਦੇ 'ਚ ਮੁੱਦਾ ਹੈਗਾ ਉਹ ਵੀ ਸ਼ਾਇਦ
ਖਤਮ ਹੋ ਜੇ ਲੈਂਡ ਐਕਸਚੇਂਜ ਹੋ ਜਾਂਦੀ ਹੈ। ਸੋ ਪਰ ਇੱਕ ਚੀਜ਼ ਮੈਂ ਜ਼ਰੂਰ ਕਹੂੰਗਾ ਕਿ ਇਹ ਜਿਹੜੀ ਸ਼ੁਰੂਆਤ ਹੋਈ ਹੈ ਉਹ ਮੋਦੀ ਸਾਹਿਬ ਦੇ ਹਿੱਸੇ ਆਈ ਹੈ। ਆਪਣੇ 10 ਸਾਲ ਤਾਂ ਡਾਕਟਰ ਮਨਮੋਹਨ ਸਿੰਘ ਸਿੱਖ ਪ੍ਰਾਈਮ ਮਿਨਿਸਟਰ ਰਹੇ ਨੇ, ਉਹਨਾਂ ਦੇ ਹਿੱਸੇ ਚੀਜ਼ ਨਹੀਂ ਆਈ। ਸੋ ਇਸ ਕਰਕੇ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਕਿ ਜਿਹੜੀ ਭਾਰਤ ਦੀ ਸਰਕਾਰ ਹੈਗੀ ਹੈ ਉਹਦਾ ਕੋਈ ਇਹੋ ਜਿਹੀ ਮਨਸ਼ਾ ਹੈਗੀ ਹੈ ਕਿ ਲਾਂਘਾ ਪਰਪਸਲੀ ਬੰਦ ਰੱਖਣਾ ਹੈਗਾ, ਏਦਾਂ ਨਹੀਂ ਹੈਗਾ ਕੁਝ। ਜਿਹੜੀਆਂ ਕੁਝ ਜਿਸ ਤਰ੍ਹਾਂ ਹੁਣ ਇਹਨਾਂ ਨੇ ਜੂਨ 2020 ਦੇ ਵਿੱਚ ਸਲੈਸ਼ਿੰਗ ਕਰਤੀ ਸਾਰੀ ਜਿਹੜੀ ਐਮਬੈਸੀ ਦੇ ਸਟਾਫ ਦੀ ਸੀਗੀ। ਤੋ ਇਹ ਮਤਲਬ ਕੁਝ ਉਹਨਾਂ ਦੀ ਉਹ ਦੋਨੋਂ ਪਾਸੇ ਚੱਲਦੇ ਨੇ, ਉਹ ਸ਼ਰਾਰਤ ਵੀ ਕਰਦੇ ਹੈ, ਉਹ ਦੂਜਾ ਪਾਸਾ ਵੀ ਚੱਲਦੇ। ਤੋ ਇਹ ਚੀਜ਼ ਮੇਰੀ ਬੇਨਤੀ ਹੈ ਪਾਕਿਸਤਾਨ ਦੀ ਸਰਕਾਰ ਨੂੰ ਕਿ ਆਪਾਂ ਇੱਕ ਦੂਜੇ ਦੇ ਨਾਲ ਹੀ ਵੱਧ ਸਕਦੇ ਹਾਂ, ਫੁੱਲ ਸਕਦੇ ਹਾਂ, ਜੀ ਸਕਦੇ ਹਾਂ, ਔਰ ਸਾਡੇ ਬਹੁਤ ਖਰਚੇ ਘਟ ਜਾਣਗੇ ਜੇ ਅਸੀਂ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਕਿ ਇਹ ਅਸੀਂ ਇਹਨਾਂ ਨੂੰ ਮੈਂ ਐਮਡੀਸੀ ਮਾਰਕੀਟ ਤੇ ਅਸੀਂ ਇੱਕ ਪੋਟੈਟੋ ਦਾ ਐਕਸਪੋਰਟ ਜ਼ੋਨ ਲਿਆ ਤੇ ਅਸੀਂ ਇਹਨਾਂ ਨੂੰ ਪੋਟੈਟੋ 3.5 ਰੁਪਏ ਦੇ ਵਿੱਚ ਅਸੀਂ ਇਹਨਾਂ ਨੂੰ ਪ੍ਰੋਮਿਸ ਕੀਤਾ। ਉਹ ਕਹਿੰਦੇ ਤੁਹਾਡੇ ਤੋਂ ਨਹੀਂ ਲੈਣਾ, ਅਸੀਂ ਤਾਂ ਇਹ ਨਿਊਜ਼ੀਲੈਂਡ ਤੋਂ ਲੈਂਦੇ ਰਹੇ ਔਰ ਉਹਦੀ ਜਿਹੜੀ ਕਾਸਟ ਸੀਗੀ ਇਹਨਾਂ ਨੂੰ 175 ਰੁਪਏ ਪੈਂਦੀ ਸੀ। ਮਤਲਬ ਪਤਾ ਨਹੀਂ ਕੀ ਇਹ ਸਾਡੀ ਬਦਕਿਸਮਤੀ ਹੈ ਕਿ ਜਿਹੜਾ ਅਸੀਂ ਇੱਕ ਦੂਜੇ ਨੂੰ ਮੈਂ ਚਾਹੇ ਇਨ ਕਾਈਂਡ ਵੀ ਅਸੀਂ ਵਪਾਰ ਕਰ ਸਕਦੇ ਹਾਂ, ਪੈਸੇ ਨਾਲ ਵੀ ਵਪਾਰ ਕਰ ਸਕਦੇ ਹਾਂ, ਅਸੀਂ ਇੱਕ ਦੂਜੇ ਦਾ ਸਹਾਰਾ ਬਣ ਕੇ ਜਿੱਥੇ ਵੀ ਹੋਈ ਹੈ ਯੂਰਪ ਦੇ ਵਿੱਚ ਹੋਰ ਉਹ ਹਾਂ ਇਹ ਬਿਲਕੁਲ ਸਹੀ ਗੱਲ ਕਹਿ ਰਹਾ ਹਾਂ। ਇਹ ਬੜਾ ਬਹਿਸ ਦਾ ਬੜਾ ਵੱਡਾ ਮੁੱਦਾ ਹੈ ਕਿ ਆਖਰ ਜਿਹੜਾ ਸੜਕੀ ਰਸਤੇ ਆਵਾਜਾਈ ਜਿੱਦਾਂ ਗੱਲ ਕੀਤੀ ਸੀ ਧਾਰਨੀ ਜੀ ਨੇ ਕਿ ਉਹ ਸਿਲਕ ਰੂਟ ਕਿਉਂ ਨਹੀਂ ਅਫਗਾਨਿਸਤਾਨ ਤੱਕ ਅਸੀਂ ਆਪਣਾ ਸਮਾਨ ਮਾਲ ਜਿਹੜੀਆਂ ਵਸਤਾਂ ਲੈ ਕੇ ਜਾ ਸਕਦੇ, ਐਗਰੀਕਲਚਰ ਪ੍ਰੋਡਕਟ ਲੈ ਕੇ ਜਾ ਸਕਦੇ, ਬਹੁਤ ਵੱਡਾ ਮੁੱਦਾ ਹੈ। ਔਰ ਇਸ ਮੁੱਦੇ ਦਾ ਪੱਧਰ ਹੋਰ ਵੀ ਗੱਲ ਕਰਾਂਗੇ। ਚੰਨੀ ਜੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਕੁਝ ਫੋਰਸਸ ਜਿਹੜੀਆਂ ਚਾਹੁੰਦੀਆਂ ਨਹੀਂ ਹੈਗੀਆਂ, ਉਹ ਹਿੰਦੁਸਤਾਨ 'ਚ ਵੀ ਬੈਠੀਆਂ ਕੁਝ ਫੋਰਸਸ ਜਿਨ੍ਹਾਂ ਦੇ ਇੰਟਰਸਟ ਪਾਕਿਸਤਾਨ ਨਾਲ ਨਹੀਂ ਜੁੜੇ ਹੋਏ, ਉਹਨਾਂ ਦੇ ਆਪਣੇ ਬਿਜ਼ਨਸ ਇੰਟਰਸਟ ਹੈ ਕਿ ਸਮੁੰਦਰ ਰਸਤੇ ਮਾਲ ਆਏਗਾ ਤਾਂ ਉਹਨਾਂ ਨੂੰ ਸੂਟ ਕਰਦਾ, ਇੱਧਰ ਦੀ ਆਏਗਾ ਤਾਂ ਉਹਨਾਂ ਦੇ ਜਿਹੜੇ ਬਿਜ਼ਨਸ ਇੰਟਰਸਟ ਆ ਉਹਨਾਂ ਨੂੰ ਵੀ ਠੇਸ ਲੱਗਦੀ। ਸਭ ਬਹੁਤ ਸਾਰੇ ਵੱਡੇ ਮੁੱਦੇ ਆਪਾਂ ਇਸੇ ਮੁੱਦੇ ਤੇ ਚਰਚਾ ਕਰਦੇ ਹਾਂ। ਆਪਾਂ ਇਸ ਮੁੱਦੇ ਤੇ ਫਿਰ ਦੁਬਾਰਾ ਕਦੇ ਆਵਾਂਗੇ। ਚੰਨੀ ਸਾਹਿਬ ਮੈਂ ਦੁਬਾਰਾ ਆਉਣਾ ਤੁਹਾਡੇ ਵੱਲ, ਧਾਰਨੀ ਜੀ ਤੋਂ ਇਸ ਮੁੱਦੇ ਤੇ ਸਵਾਲ ਲਵਾਂਗਾ। ਧਾਰਨੀ ਜਦੋਂ ਆਪਾਂ ਇਸ ਮਾਮਲੇ ਤੇ ਚਰਚਾ ਕਰ ਰਹੇ ਹਾਂ ਤਾਂ ਚੰਨੀ ਦਾ ਕਹਿਣਾ ਕਿ ਵੀ ਕੁਝ ਇਸ ਤਰ੍ਹਾਂ ਦੀਆਂ ਪ੍ਰਸਥਿਤੀਆਂ ਵੀ ਬਣੀਆਂ ਹੋਈਆਂ ਜਿਹੜਾ ਗੁਆਂਢੀ ਮੁਲਕ ਹੈ ਉਹਦੀਆਂ ਜਿਹੜੀਆਂ ਪ੍ਰਸਥਿਤੀਆਂ ਜਾਂ ਉਹਦੀਆਂ ਜਿਹੜੀਆਂ ਚਾਲਾਂ ਉਹਨਾਂ ਤੇ ਮੁਕੰਮਲ ਤੌਰ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਚੌਕਸੀ ਰੱਖਣ ਦੀ ਜ਼ਰੂਰਤ ਹੈ ਹੀ ਹੈ, ਪਰ ਜਿੱਦਾਂ ਦੀਆਂ ਪ੍ਰਸਥਿਤੀਆਂ ਉਹਨਾਂ ਪ੍ਰਸਥਿਤੀਆਂ ਦੇ ਚੱਲਦੇ ਕੇਂਦਰ ਸਰਕਾਰ ਜਿਹੜੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਲਈ ਪੂਰੀ ਸੰਜੀਦਗੀ ਦੇ ਨਾਲ ਉਹਨਾਂ ਨੂੰ ਉਮੀਦ ਹੈ ਕਿ ਲਾਂਘਾ ਖੁੱਲੇਗਾ। ਜੀ ਧਾਰਨੀ ਸਾਹਿਬ। ਦੇਖੋ ਸਿੱਧੂ ਸਾਹਿਬ, ਮੈਂ ਬਹੁਤ ਖੁੱਲ ਕੇ ਗੱਲ ਕਰਦਾ ਕਿ ਪਿਛਲੇ ਟਾਈਮ ਦੇ ਵਿੱਚ ਜੇ ਬੀਜੇਪੀ ਦੀ ਸਰਕਾਰ ਬਣੀ ਜਾਂ ਬੀਜੇਪੀ ਨੇ ਬਹੁਮਤ ਪ੍ਰਾਪਤ ਕੀਤਾ ਤਾਂ ਉਹਦੇ ਪਿੱਛੇ 2-3 ਨਾਰੇ ਬਹੁਤ ਵੱਡੇ ਸੀ। ਇੱਕ ਤਾਂ ਨੈਸ਼ਨਲਿਜ਼ਮ ਦਾ, ਇੱਕ ਨੰਬਰ 2 ਤੇ ਹਿੰਦੂਤਾ ਦਾ। ਔਰ ਦੋਵਾਂ ਦੇ ਉੱਤੇ ਜਿਹੜਾ ਹੈਗਾ ਇਹ ਦੋਵੇਂ ਨਾਰੇ ਕਿਵੇਂ ਜਿਹੜੇ ਹੈਗੇ ਆ ਕਾਮਯਾਬ ਕੀਤੇ ਜਾ ਸਕਦੇ ਆ। ਚਾਹੇ ਤੁਸੀਂ ਪਿਛਲੇ ਟਾਈਮ ਦੇ ਵਿੱਚ ਜਿਹੜਾ ਹੈਗਾ ਪਾਕਿਸਤਾਨ ਦੇ ਜਿਹੜਾ ਕਹਿੰਦੇ ਆ ਕਿ ਅੰਦਰ ਜਾ ਕੇ ਅਸੀਂ ਜਿਹੜਾ ਹੈਗਾ ਇੱਕ ਮੁਸ਼ ਕਰਕੇ ਆਏ ਜਿਹਦੇ ਨਾਲ ਇੰਨਾ ਉਹਨਾਂ ਦਾ ਜਿਹੜਾ ਹੈਗਾ ਅੱਤਵਾਦੀ ਟਿਕਾਣਿਆਂ ਨੂੰ ਜਿਹੜਾ ਹੈਗਾ ਖਤਮ ਕਰ। ਸੋ ਇਹਦੇ ਨਾਲ ਇਹਦੇ ਪਿੱਛੇ ਇੰਟਰਸਟ ਜਿਹੜੇ ਹੈਗੇ ਆ ਹਿੰਦੁਸਤਾਨ ਦੀ ਭਾਰਤ ਦੀ ਸਰਕਾਰ ਦੇ। ਦੇਖੋ ਇਹ ਕਹਿੰਦੇ ਆ ਕਿ ਨਸ਼ਾ ਆ ਰਿਹਾ। ਦੇਖੋ ਨਸ਼ੇ ਦੇ ਵਿੱਚ ਕੌਣ ਕੌਣ ਗਲਤਾਨ ਹੈਗੇ ਆ। ਨਸ਼ਾ ਜਾ ਕਿੱਥੇ ਰਿਹਾ ਹੈ ਅੱਜ? ਨਸ਼ਾ ਕਿੱਥੇ ਆ? ਸਭ ਤੋਂ ਵੱਧ ਬੰਬੇ ਦੇ ਵਿੱਚ ਹੈ, ਸਭ ਮੈਟਰੋਪੋਲੀਟਨ ਸਿਟੀਜ਼ ਦੇ ਵਿੱਚ ਹੈ। ਲਾਂਘਾ ਕਿਹੜਾ ਹੈਗਾ? ਜਾਂ ਪੰਜਾਬ ਹੈਗਾ ਜਾਂ ਪਾਕਿਸਤਾਨ ਹੈਗਾ। ਔਰ ਆ ਕਿੱਥੋਂ ਰਿਹਾ? ਅਫਗਾਨਿਸਤਾਨ ਤੋਂ ਆ ਰਿਹਾ। ਜੇ ਅਫਗਾਨਿਸਤਾਨ ਤੋਂ ਨਸ਼ਾ ਆ ਰਿਹਾ, ਅਫਗਾਨਿਸਤਾਨ ਨੂੰ ਤਾਂ ਏਡ ਦਿੰਦੇ ਫਿਰਦੇ ਆ ਇਹ। ਔਰ ਰਸਤੇ ਆ ਇਹ, ਪਾਕਿਸਤਾਨ ਦਾ ਰਸਤਾ ਹੈਗਾ ਪੰਜਾਬ। ਪੰਜਾਬ ਦੇ ਵਿੱਚ ਉੜਤਾ ਪੰਜਾਬ ਬਣਾ ਕੇ ਇਹਨਾਂ ਨੇ ਜਿਹੜਾ ਹੈਗਾ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਸਵਾਲ ਬਿਲਕੁਲ ਤੁਹਾਡੀ ਸਹੀ ਗੱਲ ਹੈਗੀ ਆ ਕਿ ਜਿਹੜੇ ਬੈਠੇ ਆ ਨਾ ਸਮੁੰਦਰੀ ਰਸਤੇ ਵਾਲੇ ਵੱਡੇ ਵਪਾਰੀ, ਉਹ ਕਦੇ ਨਹੀਂ ਚਾਹਣਗੇ ਕਾਰਪੋਰੇਟ ਕਿ ਅੰਮ੍ਰਿਤਸਰ ਦੇ ਵਿੱਚ ਦੀ ਜਿਹੜੀ ਹੈਗਾ ਪ੍ਰਫੁੱਲਤ ਵਪਾਰ ਸਿਲਕ ਰੂਟ ਦੇ ਰਸਤੇ ਅਫਗਾਨਿਸਤਾਨ ਤੱਕ ਇਹਨਾਂ ਦੀ ਜਿਹੜੀ ਪਾਈਪਲਾਈਨ ਸੀ ਉਹਦਾ ਜਿਹੜਾ ਵਿੱਚ ਹੈਗਾ। ਅੱਜ ਜਿਹੜੇ ਇਹਨਾਂ ਦੇ ਜਹਾਜ਼ ਹੈਗੇ ਆ ਉਹ ਸਾਰੇ ਰੱਦੀ ਜਾ ਰਹੇ ਹੈਗੇ ਆ। ਇਹਨਾਂ ਨੂੰ ਪਾਕਿਸਤਾਨ ਦੇ ਉੱਪਰ ਦੀ ਉਹ ਜਹਾਜ਼ ਦਾ ਲੰਘਾ ਜਾਏਗਾ। ਔਰ ਦੂਜੀ ਗੱਲ ਜਿਹੜੀ ਹੈਗੀ ਹੈ, ਦੇਖੋ ਪਾਕਿਸਤਾਨ ਦੇ ਨਾਲ ਪੰਜਾਬ ਦੀ ਬੋਲੀ ਇੱਕ ਹੈ, ਕਲਚਰ ਇੱਕ ਹੈ, ਹਰ ਚੀਜ਼ ਇੱਕ ਹੈਗੀ ਹੈ। ਪਰ ਕਿਤੇ ਨਾ ਕਿਤੇ ਮੈਂ ਇਹ ਸਮਝਦਾ ਹੈਗਾ ਜਦੋਂ ਤੁਸੀਂ ਇਹ ਇਸ ਤਰ੍ਹਾਂ ਦੇ ਇੱਕ
ਹੋਗੇ ਕਿ ਬਾਬਰੀ ਮਸਜਿਦ ਢਾਹ ਕੇ ਅਸੀਂ ਤਾਂ ਉੱਥੇ ਜੀ ਰਾਮ ਮੰਦਿਰ ਬਣਾਵਾਂਗੇ। ਦੂਜੇ ਪਾਸੇ ਤੁਸੀਂ ਚਲੋ। ਹੈਗੇ ਆ ਕਿ ਫਲਾਣਾ ਜਿਹੜਾ ਤੁਗਲਕ ਰੋਡ ਫਲਾਣਾ ਬਦਲ ਦੋ, ਆ ਬਦਲ ਦੋ। ਜਿੱਥੇ ਮੁਸਲਮਾਨਾਂ ਦੇ ਨਾਂ ਤੋਂ ਇਹਨਾਂ ਨੂੰ ਅਲਰਜੀ ਹੋ ਰਹੀ ਹੈਗੀ ਆ, ਤਾਂ ਫੇਰ ਦੂ ਪਾਸੇ ਤੋਂ ਇਹ ਰਿਐਕਸ਼ਨ ਦੀ ਆਸ ਓਕੇ, ਥੈਂਕ ਯੂ ਸਰ। ਕਿਉਂ ਇਹ ਇਹਨਾਂ ਜੀ, ਜੀ। ਚੀਜ਼ਾਂ ਦੇ ਉੱਤੇ ਜਿਹੜਾ ਹੈਗਾ ਬਚਦੇ ਫਿਰਦੇ ਹੈਗੇ ਆ। ਸੋ ਸਵਾਲ ਅੱਜ ਦਾ ਮਿਹਰਬਾਨੀ। ਜਿਹੜਾ ਸੀ ਨਾ ਸਿੱਧੂ ਸਾਹਿਬ, ਅੱਜ ਦਾ ਸਿੱਧੂ ਸਾਹਿਬ ਤੁਹਾਡਾ ਸਵਾਲ ਜਿਹੜਾ ਸੀ, ਉਹ ਸਵਾਲ ਇਹ ਹੈਗਾ ਕਿ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਕਿ ਸੱਚੇ ਪਾਤਸ਼ਾਹ ਤੁਸੀਂ ਇਹਨਾਂ ਦੇ ਅੰਦਰ ਕੋਈ ਸਮਰਥ ਬਖਸ਼ੋ ਜਿਹਦੇ ਕਰਕੇ ਜਿਹੜਾ ਹੈਗਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ ਜਵੇ, ਚਾਹੇ ਉਹ ਬੀਜੇਪੀ ਕਰਕੇ ਹੀ ਖੁੱਲ ਜਵੇ। ਬਿਲਕੁਲ ਠੀਕ ਜਰਾ। ਅਮਰਿੰਦਰ ਜੀ, ਇਸੇ ਮੁੱਦੇ ਤੇ ਸਵਾਲ ਜੋ ਗੱਲ ਧਾਰਨੀ ਜੀ ਨੇ ਕੀਤੀ ਹੈ, ਚੰਨੀ ਸਾਹਿਬ ਨੇ ਵੀ ਕੀਤੀ ਹੈ ਇਸ ਮੁੱਦੇ ਤੇ ਗੱਲ ਕਿ ਜਿਸ ਤਰ੍ਹਾਂ ਦੀਆਂ ਪ੍ਰਸਥਿਤੀਆਂ ਹੈਗੀਆਂ, ਇਹਨਾਂ ਪ੍ਰਸਥਿਤੀਆਂ ਦੇ ਦੌਰਾਨ ਜਿਹੜਾ ਹੈਗਾ ਕਿਉਂ ਇਹ ਮਹਿਸੂਸ ਕੀਤਾ ਜਾਂਦਾ, ਜੋ ਧਾਰਨੀ ਜੀ ਸਵਾਲ ਉਠਾ ਰਿਹਾ ਹੈ ਕਿ ਘੱਟ ਗਿਣਤੀਆਂ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੀਆਂ, ਜਿਹਦੇ ਕਰਕੇ ਟਕਰਾਅ ਦੀਆਂ ਪ੍ਰਸਥਿਤੀਆਂ ਪੈਦਾ ਹੁੰਦੀਆਂ। ਤੇ ਦੋਸਤੀ ਦੇ ਪੈਗਾਮ ਦੀ ਆਪਾਂ ਗੱਲ ਕਰਦੇ ਹਾਂ, ਉਹ ਦੋਸਤੀ ਦਾ ਪੈਗਾਮ ਵੀ ਕਿਧਰੇ ਰਸਤੇ 'ਚ ਹੀ ਦਮ ਤੋੜ ਦਿੰਦਾ ਹੈ। ਜੀ ਅਮਰਿੰਦਰ ਜੀ। ਦੇਖੋ ਸਿੱਧੂ ਸਾਹਿਬ, ਬਿਲਕੁਲ ਇਸ ਗੱਲ ਦੇ ਵਿੱਚ ਬਹੁਤ ਵੱਡਾ ਵਜਨ ਹੈ। ਜੇ ਗੱਲ ਕਰੀਏ, ਚੰਨੀ ਸਾਹਿਬ ਨੇ ਕਿਹਾ ਕਿ ਡਰੋਨ ਆ ਰਹੇ ਹੈ, ਨਸ਼ਾ ਆ ਰਿਹਾ ਹੈ, ਤੇ ਮੈਂ ਸਮਝਦਾ ਕਿ ਮੁੰਦਰਾ ਪੋਰਟ ਤੇ 5000 ਕਿਲੋ ਕੰਟੇਨਰਾਂ 'ਚ ਭਰ ਕੇ ਹੀਰੋਇਨ ਆਈ ਹੈ ਅਜੇ ਹੁਣੇ ਥੋੜੇ ਦਿਨ ਪਹਿਲਾਂ। ਉਹ ਚੰਨੀ ਸਾਹਿਬ ਦੀ ਪ੍ਰੀਵਿਊ ਮਤਲਬ ਨੌਲੇਜ 'ਚ ਨਹੀਂ ਹੈ ਕਿ ਬਈ ਅਡਾਨੀ ਦਾ ਪੋਰਟ ਹੈ ਤੇ ਉਹਦੇ ਵਿੱਚ ਕੰਟੇਨਰਾਂ ਦੇ ਹਿਸਾਬ ਨਾਲ ਭਰ ਕੇ ਹੀਰੋਇਨ ਆ ਰਹੀ ਹੈ। ਆਪਣਾ ਥੋੜਾ ਜੀ ਆਪਣਾ ਮੁੱਦਾ ਥੋੜਾ ਦੂਜੇ ਪਾਸੇ ਚਲਾ ਜਾਏਗਾ। ਠੀਕ, ਹਾਂ, ਉਧਰ ਜਿਹੜਾ ਮਤਲਬ ਉੱਥੇ ਕਰੋਨਾ ਨਹੀਂ ਹੈ, ਤੇ ਜੇ ਅਸੀਂ ਦੇਖੀਏ, ਨਹੀਂ ਇਹਨਾਂ ਨੇ ਖੁਦ ਕਿਹਾ ਕਿ ਬਈ ਉੱਥੋਂ ਸਾਨੂੰ ਇਹ ਖਤਰਾ ਹੈਗਾ। ਤੇ ਆਪਾਂ ਮੋਦੀ ਸਾਹਿਬ ਨੂੰ ਵੀ ਦੇਖਿਆ ਕਿ ਕਿਵੇਂ ਉਹ ਬਿਨਾਂ ਵੀਜ਼ੇ ਤੋਂ ਪਾਕਿਸਤਾਨ ਚਲੇ ਜਾਂਦੇ ਆ ਤੇ ਨਵਾਜ਼ ਸ਼ਰੀਫ ਦੇ ਨਾਲ ਹੱਥ ਮਿਲਾਉਂਦੇ ਆ, ਜੱਫੀਆਂ ਪਾਉਂਦੇ ਆ, ਉਹਦੀ ਕੁੜੀ ਦੇ ਵਿਆਹ ਜਾਂਦੇ ਆ, ਗਿਫਟ ਦਿੰਦੇ ਆ। ਤੇ ਇੱਥੇ ਜਿਹੜੇ ਲੋਕ ਵੀਜ਼ਾ ਲੈ ਕੇ ਜਾਂਦੇ ਆ ਉਹਨਾਂ ਦੀ ਹਯਾਈ ਤਾਈ ਫੇਰ ਦਿੰਦੇ ਆ, ਆਪ ਬਿਨਾਂ ਵੀਜ਼ੇ ਤੋਂ ਜਾਂਦੇ ਆ। ਸੋ ਇਹ ਜਦੋਂ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਇਸ਼ੂ ਆਉਂਦਾ, ਉਦੋਂ ਇਹ ਫਾਲਟ ਫਾਈਂਡਿੰਗ ਕਿਉਂ ਹੋਣ ਸ਼ੁਰੂ ਹੋ ਜਾਂਦੀ ਹੈ? ਬਾਕੀ ਜਦੋਂ ਇਹਨਾਂ ਦਾ ਸਭ ਕੁਝ ਚੱਲਦਾ ਹੈ ਤੇ ਉਦੋਂ ਫਾਲਟ ਫਾਈਂਡਿੰਗ ਨਹੀਂ ਹੁੰਦੀ। ਇਹ ਸਿਰਫ ਜਦੋਂ ਸਿੱਖ ਇਸ਼ੂ ਆਉਂਦਾ ਜਾਂ ਕੋਈ ਮਾਈਨੋਰਿਟੀ ਦੀ ਗੱਲ ਆਉਂਦੀ ਹੈ ਤੇ ਫਾਲਟ ਫਾਈਂਡਿੰਗ ਕਰਕੇ ਜੀ ਆਹ ਕੰਮ ਇਸ ਕਰਕੇ ਨਹੀਂ ਹੋ ਸਕਦਾ, ਉੱਥੋਂ ਸਾਨੂੰ ਆਹ ਖਤਰਾ ਹੈ। ਹੁਣ 5-5000 ਕਿਲੋ ਆ ਰਹੀ ਹੈ, ਈਰਾਨ ਦੇ ਉਹਨਾਂ ਨਾਲ ਬੈਠੇ ਆ, ਐਂਬੈਸਡਰਾਂ ਨਾਲ ਮੀਟਿੰਗਾਂ ਵੀ ਕਰ ਰਹੇ ਆ, ਸਭ ਕੁਝ ਕਰ ਰਹੇ ਆ, ਪਰ ਜਦੋਂ ਮਾਈਨੋਰਿਟੀ ਦਾ ਇਸ਼ੂ ਆਉਂਦਾ ਹੈ ਤੇ ਮੇਰੀ ਇੱਕ ਬੇਨਤੀ ਇਹਨਾਂ ਨੂੰ ਇਹ ਹੋਰ ਵੀ ਹੈ ਕਿ ਗੁਰੂ ਨਾਨਕ ਸਾਹਿਬ ਦਾ ਜਿਹੜਾ ਗੁਰਪੁਰਬ ਆਪਾਂ ਮਨਾ ਰਹੇ ਹਾਂ, ਉਹਦੇ ਵਿੱਚ ਮੈਂ ਇੱਕ ਇਹਨਾਂ ਨੂੰ ਹੋਰ ਰਿਕੁਐਸਟ ਕਰਾਂਗਾ ਕਿ ਗੁਰੂ ਨਾਨਕ ਸਾਹਿਬ ਖੁਦ ਇੱਕ ਬਹੁਤ ਵੱਡੇ ਫਾਰਮਰ ਰਹੇ ਆ ਤੇ ਉਹਨਾਂ ਨੇ ਇੱਕ ਫਾਰਮਿੰਗ ਦਾ ਸੰਦੇਸ਼ ਦਿੱਤਾ ਹੈ। ਤੇ ਇਸ ਗੁਰਪੁਰਬ ਦੇ ਉੱਪਰ ਜਦੋਂ ਕਿ 1 ਸਾਲ ਤੋਂ ਵੱਧ ਹੋ ਗਿਆ ਤੇ ਸਾਰਾ ਜਿਹੜਾ ਫਾਰਮਰ ਹੈ ਇਸ ਖਿੱਤੇ ਦਾ, ਉਹ ਦਿੱਲੀ ਦੇ ਉੱਪਰ ਫਰਿਆਦ ਲੈ ਕੇ ਝੋਲੀ ਅੱਡੀ ਬੈਠਾ ਕਿ ਮਹਾਰਾਜ ਸਾਡੇ ਕਿਉਂ ਤੁਸੀਂ ਗੱਲ ਘੋਟ ਰਹੇ ਹੋ। ਸੋ ਮੇਰੀ ਬੇਨਤੀ ਚੰਨੀ ਸਾਹਿਬ ਇਹਨਾਂ ਦੇ ਰਾਹੀਂ ਭਾਰਤ ਸਰਕਾਰ ਨੂੰ ਹੈ ਕਿ ਮੋਦੀ ਸਾਹਿਬ ਤੱਕ ਇਹ ਵੀ ਇੱਕ ਸੰਦੇਸ਼ ਭਿਜਵਾਉਣ ਕਿ ਗੁਰੂ ਨਾਨਕ ਸਾਹਿਬ ਖੁਦ ਇੱਕ ਫਾਰਮਰ ਸੀਗੇ ਤੇ ਬੀਇੰਗ ਅ ਫਾਰਮਰ ਵੀ ਇੱਕ ਰਿਕੁਐਸਟ ਮੰਨ ਲੈਣ ਕਿ ਬਈ ਉਹਨਾਂ ਨੂੰ ਮੱਥਾ ਟੇਕ ਲੈਣ ਦੇਣ ਤੇ ਫਾਰਮਰਸ ਦੇ ਇਸ਼ੂ ਨੂੰ ਵੀ ਰਿਜ਼ੋਲਵ ਕਰਨ ਤਾਂ ਕਿ ਇੱਕ ਵੱਡਾ ਮਤਲਬ ਸੁਹਿਰਦਾ ਦਾ ਮਾਹੌਲ ਜਿਹੜਾ ਇੱਥੇ ਬਣੇ। ਮਿਹਰਬਾਨੀ। ਆਪਾਂ ਜਵਾਬ ਲੈਣੇ ਚੰਨੀ ਸਾਹਿਬ, ਜਿੱਦਾਂ ਧਾਰਨੀ ਜੀ ਨੇ ਕਿਹਾ ਹੈ, ਉਹਨਾਂ ਨੇ ਕਿਹਾ ਕਿ ਘੱਟ ਗਿਣਤੀਆਂ ਦਾ ਉਹਨਾਂ ਨੇ ਸਵਾਲ ਉਠਾਇਆ ਕਿ ਘੱਟ ਗਿਣਤੀਆਂ ਆਪਣੇ ਆਪ ਨੂੰ ਅਸੁਰੱਖਿਅਤ, ਔਰ ਜਿਸ ਤਰ੍ਹਾਂ ਦੀ ਮੋਦੀ ਸਰਕਾਰ ਦੀ ਉਹਨਾਂ ਨੇ ਕਿਹਾ ਕਿ ਨੀਤੀਆਂ ਹੈਗੀਆਂ ਜਿਹਦੇ ਕਰਕੇ ਮਹਿਸੂਸ ਕੀਤਾ ਜਾਂਦਾ ਹੈ। ਅਮਰਿੰਦਰ ਜੀ ਨੇ ਇੱਕ ਸਵਾਲ ਉਠਾਇਆ ਕਿ ਗੁਰੂ ਨਾਨਕ ਦੇਵ ਜੀ ਜਦੋਂ ਆਪਾਂ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਗੱਲ ਕਰਦੇ ਹਾਂ ਤਾਂ ਸਿੱਧੇ ਤੌਰ ਤੇ ਉਹ ਖੇਤੀ ਤੇ ਕਿਸਾਨੀ ਦੇ ਨਾਲ ਜੁੜੀ ਵੀ ਪਵਿੱਤਰ ਧਰਤੀ ਹੈ। ਤਾਂ ਕਹਿੰਦੇ ਫਿਰ ਇਸ ਮੌਕੇ ਤੇ ਜਿਹੜੀ ਕਿਸਾਨੀ ਗੁਰੂਆਂ ਤੇ ਬੈਠੀ ਹੈ, ਜਦੋਜਹਿਦ ਕਰ ਰਹੀ ਹੈ, ਉਹਦੇ ਪ੍ਰਤੀ ਵੀ ਉਹ ਸੁਨੇਹਾ ਮਾਨਵਤਾ ਦਾ ਦੇਣਾ ਚਾਹੀਦਾ ਤਾਂ ਕਿ ਬਹੁਤ ਵੱਡਾ ਪਵਿੱਤਰ ਦਿਹਾੜਾ ਹੈ। ਇਸ ਮੌਕੇ ਤੇ ਇਹੋ ਜਿਹੀ ਗੱਲ ਹੋਏਗੀ ਤਾਂ ਬਹੁਤ ਚੇਤੇ ਰੱਖਣ ਵਾਲਾ ਇੱਕ ਸੁਨੇਹਾ ਜਾਏਗਾ ਸਾਰਿਆਂ ਦੇ ਲਈ। ਜੀ ਚੰਨੀ ਸਾਹਿਬ। ਦੇਖੋ ਸਿੱਧੂ ਸਾਹਿਬ, ਗੱਲ ਇਹ ਹੈਗੀ ਹੈ ਕਿ ਭਾਰਤ ਸਰਕਾਰ ਨੇ ਹੁਣ ਆਫਰ ਕੀਤੀ ਸੀ ਕਿ ਅਸੀਂ ਅਫਗਾਨਿਸਤਾਨ ਦੇ ਵਿੱਚ ਔਨ ਹਿਊਮੈਨਿਟੇਰੀਅਨ ਗਰਾਊਂਡਸ ਅਸੀਂ ਕਣਕ ਭੇਜਣਾ ਚਾਹੁੰਦੇ ਹਾਂ, ਕਿਉਂਕਿ ਉੱਥੇ ਆਪਾਂ ਨੂੰ ਪਤਾ ਕੀ ਹਾਲਾਤ ਹੈ, ਕੀ ਭੁੱਖਮਰੀ ਹੈਗੀ ਹੈ। ਪਰ ਉਹ ਪਾਕਿਸਤਾਨ ਨੇ ਅਜੇ ਸਾਨੂੰ ਕਲੀਅਰੈਂਸ ਨਹੀਂ ਦਿੱਤੀ, ਉਹਨਾਂ ਨੇ ਅਜੇ ਕਲੀਅਰੈਂਸ ਨਹੀਂ ਦਿੱਤੀ। ਈਵਨ ਮਾਨਵਤਾ ਦੇ ਮੁੱਦੇ ਤੇ ਵੀ ਕਲੀਅਰੈਂਸ ਨਹੀਂ ਹੈਗੀ। ਔਰ ਜੋ ਰੋਲ ਪਾਕਿਸਤਾਨ ਅਫਗਾਨਿਸਤਾਨ ਦੇ ਵਿੱਚ ਨਿਭਾ ਰਿਹਾ ਉਹ ਵੀ ਕਿਸੇ ਤੋਂ ਬਿਲਕੁਲ ਲੁਕਿਆ ਛੁਪਿਆ ਨਹੀਂ ਹੈ। ਫਿਰ ਅਸੀਂ ਸ੍ਰੀਨਗਰ ਤੋਂ ਇੱਕ ਫਲਾਈਟ ਸ਼ੁਰੂ ਕਰ ਰਹੇ ਸੀਗੇ ਗਲਫ ਨੂੰ, ਉਹਦੀ ਵੀ ਉਹ ਕਹਿੰਦੇ ਅਸੀਂ 에ਅਰ ਸਪੇਸ ਨਹੀਂ ਆਪਣੀ ਤੁਹਾਨੂੰ ਅਲਾਉ ਕਰਦੀ, ਹਾਲਾਂਕਿ ਬਾਕੀ ਸਾਰੀਆਂ ਫਲਾਈਟਸ ਜਾ ਰਹੀਆਂ ਨੇ। ਮਤਲਬ ਉਹ ਜਿਹੜੀ 에ਅਰ ਸਪੇਸ ਉਸ ਇਕੱਲੀ ਫਲਾਈਟ ਵਾਸਤੇ ਉਹ 에ਅਰ ਸਪੇਸ ਅਵੇਲੇਬਲ ਨਹੀਂ ਹੈ। ਮਤਲਬ ਇਹ ਜਿਹੜਾ ਮੈਂ ਹੁਣ ਕੀ ਕਹਾਂ ਕਿ ਜਿਹੜਾ ਪਾਕਿਸਤਾਨ ਹੈਗਾ ਉਹਦੀ ਜਿਹੜੀ ਸੋਚ ਤੇ ਅਪਰੋਚ ਹੈਗੀ ਹੈ ਉਹ ਠੀਕ ਨਹੀਂ ਹੈਗੀ। ਜਿੱਥੋਂ ਤੱਕ ਆਪਾਂ ਜੇ ਮਾਈਨੋਰਿਟੀ ਦੀ ਗੱਲ ਕਰ ਰਹੇ ਹੈਗੇ ਆ, ਅਸੀਂ ਸਾਡਾ ਜਿਹੜਾ ਮੁਲਕ ਹੈਗਾ ਬੜਾ ਖੁਸ਼ਕਿਸਮਤ ਹੈ ਕਿ ਇੱਥੇ ਇੱਕ ਸੰਵਿਧਾਨ ਹੈ
ਔਰ ਸੰਵਿਧਾਨ ਦੀ ਪ੍ਰੋਟੈਕਸ਼ਨ ਵਾਸਤੇ ਸਾਡੇ ਕੋਰਟ ਸਿਸਟਮ ਹੈ, ਜੁਡੀਸ਼ੀਅਲ ਸਿਸਟਮ ਹੈ, ਆਨਰੇਬਲ ਸੁਪਰੀਮ ਕੋਰਟ ਤੱਕ ਹੈਗਾ, ਕਿਸੇ ਨੂੰ ਕੋਈ ਵੀ ਗੱਲ ਹੋਵੇ ਜਾ ਸਕਦਾ ਹੈ। ਜੀ, ਉਹਦੇ ਤਹਿਤ ਹੀ ਸਾਰਾ ਕੁਝ ਜਿਹੜਾ ਹੈਗਾ ਉਹ ਹੁੰਦਾ ਹੈਗਾ। ਕੋਈ ਵੀ ਚੀਜ਼ ਅਨਕਨਸਟੀਟਿਊਸ਼ਨਲ ਹੁੰਦੀ ਹੈ ਤਾਂ ਉਹ ਕੈਨ ਬੀ ਚੈਲੰਜਡ ਐਂਡ ਕੈਨ ਬੀ ਗॉट ਸੈਟ ਅਸਾਈਡ ਆਲਸੋ। ਹੁਣ ਜਿੱਥੇ ਤੱਕ ਜੇ ਆਪਾਂ ਤੁਸੀਂ ਕਿਸਾਨੀ ਮੁੱਦੇ ਦੀ ਗੱਲ ਕੀਤੀ ਹੈ, ਗੁਰੂ ਸਾਹਿਬ ਨੇ ਤਾਂ ਖੁਦ ਖੇਤੀ ਕੀਤੀ ਔਰ ਕਿਰਤੀ ਪੂਜਾ ਦਾ ਉਹਨਾਂ ਨੇ ਸਾਨੂੰ ਇੱਕ ਨਾਅਰਾ ਵੀ ਦਿੱਤਾ ਹੈਗਾ ਕਿ ਇਹੀ ਪੂਜਾ ਕਰਨ ਦੀ ਲੋੜ ਨਹੀਂ, ਕਿਰਤ ਜੇ ਕਰੋਗੇ ਉਹੀ ਤੁਹਾਡੀ ਪੂਜਾ ਰੱਬ ਦੀ ਦਰਗਾਹ ਦੇ ਵਿੱਚ ਮੰਨੀ ਜਾਣੀ ਹੈਗੀ ਹੈ। ਸੋ ਉਹਦੇ ਮੁਤਾਬਕ ਵੀ ਜਿਹੜਾ ਹੈਗਾ ਇੱਕ ਅਨਫੋਰਚੂਨੇਟ ਹੈ ਕਿ ਕਾਨੂੰਨ ਲਾਗੂ ਹੀ ਨਹੀਂ ਹੋਏ, ਕਾਨੂੰਨ ਸਟੇ ਹੋਏ ਨੇ ਔਰ ਅਸੀਂ ਅਜੇ ਵੀ ਜਿੱਦ ਕਰਕੇ ਉੱਤੇ ਇਹ ਕਾਨੂੰਨਾਂ ਦੇ ਬਾਰੇ ਚ ਜਿਹੜਾ ਹੈਗਾ ਅਸੀਂ ਬੈਠੇ ਹੋਏ ਹਾਂ। ਪਰ ਚਲੋ ਸ਼ਾਇਦ ਇਸ ਦਾ ਵੀ ਕੋਈ ਹੱਲ ਨਿਕਲ ਆਵੇ। ਅਸੀਂ ਤਾਂ ਅਰਦਾਸ ਕਰਦੇ ਹਾਂ ਦੋਨੋਂ ਵੱਡਾ ਮੁੱਦਾ ਆਪਾਂ ਕਿ ਜੇ ਸਾਡੇ ਭੈਣ ਭਰਾ ਉੱਥੇ ਬੈਠੇ ਨੇ ਉਹਨਾਂ ਦਾ ਵੀ ਗਰਮੀ ਸਰਦੀ ਦੇ ਵਿੱਚ ਉਹ ਜ਼ਰੂਰ ਆਪਣੇ ਹਾਂਜੀ ਜੀ ਵੱਡਾ ਮੁੱਦਾ ਹੈ। ਪਰ ਬਿਲਕੁਲ ਦੋ ਲਾਈਨਾਂ ਦਾ ਕਮੈਂਟ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਉਮੀਦ ਰੱਖ ਸਕਦੇ ਹਾਂ ਜਿਸ ਤਰ੍ਹਾਂ ਦੀ ਭਾਜਪਾ ਦੇ ਆਗੂਆਂ ਵੱਲੋਂ ਮੁਲਾਕਾਤਾਂ ਕੀਤੀਆਂ ਜਾ ਰਹੀਆਂ, ਪ੍ਰਕਾਸ਼ ਪੁਰਬ ਤੋਂ ਪਹਿਲਾਂ ਅਰਦਾਸ ਪ੍ਰਵਾਨ ਹੋਏਗੀ ਜਿਹੜੀ ਹੈਗੀ ਹੈ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਲਈ। ਮੈਂ ਬਿਲਕੁਲ ਆਪਣੇ ਪਰਸਨਲ ਵੀ ਔਰ ਯੂਨਿਟ ਵੱਲੋਂ ਵੀ ਔਰ ਭਾਰਤ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ ਔਰ ਮੈਨੂੰ ਲੱਗਦਾ ਹੈ ਕਿ ਗੁਰੂ ਸਾਹਿਬ ਦੀ ਕਿਰਪਾ ਹੋਏਗੀ। ਅਸਲੀ ਕਿਰਪਾ ਤਾਂ ਉਹਨਾਂ ਦੀ ਹੈ, ਮਿਹਰਬਾਨੀ ਕਿ ਉਹਨਾਂ ਨੇ ਸਾਰਾ ਸਿਸਟਮ ਠੀਕ ਕਰਨਾ ਹੈਗਾ ਔਰ ਐਬਸੋਲੂਟਲੀ ਓਕੇ ਜੀ ਥੈਂਕ ਯੂ ਤਾਨੀ ਸਾਹਿਬ। ਬਿਲਕੁਲ ਦੋ ਲਾਈਨਾਂ ਦਾ ਕਮੈਂਟ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਲਈ ਜਿਹੜੀ ਅਰਦਾਸ ਕੀਤੀ ਜਾ ਰਹੀ ਹੈ, ਚੰਨੀ ਜੀ ਦਾ ਵੀ ਕਹਿਣਾ ਹੈ ਕਿ ਉਹਨਾਂ ਅਰਦਾਸਾਂ ਨੂੰ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਜ਼ਰੂਰ ਬੂਰ ਪਏਗਾ। ਤਾਨੀ ਸਾਹਿਬ ਬਿਲਕੁਲ ਮੈਂ ਕਹਿਣਾ ਵੀ all is well that ends well ਕਿ ਚਲੋ ਕਿਸੇ ਤਰੀਕੇ ਦੇ ਨਾਲ ਹੈਗਾ ਜਿਹੜਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਣਾ ਚਾਹੀਦਾ ਹੈ। ਉਸ ਦੇ ਲਈ ਬਹੁਤ ਸਾਰੇ ਲੋਕਾਂ ਨੇ ਪਹਿਲਾਂ ਵੀ ਵਡਿਆਈ ਲੈਣ ਦੀ ਕੋਸ਼ਿਸ਼ ਕੀਤੀ ਕਿ ਮੈਂ ਖਲਵਾ ਲਿਆ। ਅੱਜ ਚਲੋ ਬੀਜੇਪੀ ਵੀ ਉਸ ਵਡਿਆਈ ਦੀ ਪਾਤਰ ਬਣ ਸਕਦੀ ਹੈ। ਸਾਨੂੰ ਇਹ ਚਾਹੀਦਾ ਹੈਗਾ ਕਿ ਸੱਚੇ ਪਾਤਸ਼ਾਹ ਆਪਣਾ ਇਹਨਾਂ ਦੇ ਵਿੱਚ ਵਾਸ ਕਰਕੇ ਇਹਨਾਂ ਨੂੰ ਕੋਈ ਅਕਲ ਸਮੱਤ ਦਿਓ ਜਿਹਦੇ ਨਾਲ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਕਿਰਤ ਦਾ ਕਾਰਜ ਸੀ ਉਹ ਵੀ ਸਿਰੇ ਚੜੇ। ਉਸ ਦੇ ਨਾਲ ਜਿਹੜਾ ਹੈਗਾ ਫਾਰਮਰਸ ਦੇ ਜਿਹੜੇ ਲਾਅ ਹੈਗੇ ਆ ਉਹਨਾਂ ਦਾ ਜਿਹੜਾ ਹੈਗਾ ਉਹ ਟੋਟਲੀ ਰਿਪੀਲ ਹੋਣ ਤੇ ਨਾਲ ਦੀ ਨਾਲ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲੇ ਤਾਂ ਕਿ ਲੋਕਾਂ ਦੀ ਧਾਰਮਿਕ ਔਰ ਜੀਵਿਕਾ ਦੋਵੇਂ ਬਿਲਕੁਲ ਸਾਫ਼ ਰਹਿ ਸਕਣ। ਜੀ ਅਮਰਿੰਦਰ ਜੀ ਆਖਰੀ ਕਮੈਂਟ ਇਸ ਡਿਬੇਟ ਦਾ ਤੁਹਾਡੇ ਕੋਲੋਂ। ਦੇਖੋ ਸਿੱਧੂ ਸਾਹਿਬ ਮੈਂ ਤਾਂ ਬੇਨਤੀ ਇਹ ਕਰ ਸਕਦਾ ਕਿ ਲੱਗਦਾ ਐਦਾਂ ਹੈ ਕਿ ਸਿੱਖ ਜਿਹੜੇ ਅਕਾਲ ਪੁਰਖ ਨੂੰ ਅਰਦਾਸ ਕਰਦੇ ਆ ਅਕਾਲ ਪੁਰਖ ਜ਼ਰੂਰ ਸੁਣਦਾ ਹੈ, ਪਰ ਜਦੋਂ ਮੋਦੀ ਸਾਹਿਬ ਦੇ ਅੱਗੇ ਫਰਿਆਦ ਕਰਦੇ ਆ ਤਾਂ ਮੋਦੀ ਸਾਹਿਬ ਨਹੀਂ ਸੁਣਦੇ। ਸੋ ਬੇਨਤੀ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਮੋਦੀ ਸਾਹਿਬ ਨੂੰ ਸਮੱਤ ਦੇਣ ਤੇ ਉਹ ਸਿੱਖਾਂ ਨੂੰ ਆਪਣਾ ਸਮਝ ਕੇ ਇਸ ਕੋਰੀਡੋਰ ਨੂੰ ਖੋਲਣ, ਇਹਨਾਂ ਨੂੰ ਇਹ ਨਾ ਸਮਝਣ ਕਿ ਬਈ ਇਹ ਵੱਖਰੇ ਹੈਗੇ ਤੇ ਉਸ ਭਾਵਨਾ ਦੇ ਨਾਲ ਇਹ ਸਾਰੇ ਮਸਲੇ ਨੂੰ ਨਜਿੱਠਣ। ਤੇ ਜਿਹੜੇ ਫਾਰਮਰ ਦਾ ਇਸ਼ੂ ਜਿਹੜਾ ਹੈਗਾ ਉਸ ਤੋਂ ਮੈਂ ਸਮਝਦਾ ਕਿ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਤੇ ਇਸ ਨੂੰ ਰਿਜ਼ੋਲਵ ਕਰਨ ਤੋਂ ਵਧੀਆ ਮੌਕਾ ਕੋਈ ਨਹੀਂ ਹੋ ਸਕਦਾ। ਇਹਦਾ ਇੱਕ ਬਹੁਤ ਵੱਡਾ ਮੈਸੇਜ ਆਏਗਾ ਤੇ ਬੇਨਤੀ ਹੈ ਕਿ ਵੀ ਇਸ ਨੂੰ ਇਸ ਦਿਹਾੜੇ ਦੇ ਉੱਪਰ ਖੁਸ਼ਖਬਰੀ ਇਹਨਾਂ ਵੱਲੋਂ ਆਉਣੀ ਚਾਹੀਦੀ ਹੈ। ਮਿਹਰਬਾਨੀ ਅਮਰਿੰਦਰ ਜੀ, ਚੰਨੀ ਸਾਹਿਬ, ਧਾਰਨੀ ਸਾਹਿਬ, ਬਹੁਤ ਬਹੁਤ ਧੰਨਵਾਦ ਜਿਹੜਾ ਇਸ ਮੁੱਦੇ ਤੇ ਆਏ। ਬਿਲਕੁਲ ਬਹਿਸ ਦੇ ਅੰਦਰ ਰਾਏ ਵੱਖਰੋ ਵੱਖਰੀ ਹੋਣੀ ਸੁਭਾਵਿਕ ਹੈ, ਪਰ ਇੱਕ ਰਾਏ ਜਿੱਥੇ ਸਾਰੇ ਸਹਿਮਤ ਹੈ, ਯਤਨ ਜੋ ਮਰਜ਼ੀ ਕਰਨ ਪਰ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਣਾ ਚਾਹੀਦਾ ਹੈ। ਇਹੀ ਸਾਰਿਆਂ ਦੀ ਅਰਦਾਸ ਹੈ। ਗੁਰਪੁਰਬ ਬਿਲਕੁਲ ਨਜ਼ਦੀਕ ਹੈ, ਉਸ ਅਰਦਾਸ ਦੇ ਵਿੱਚ ਸਾਡਾ ਚੈਨਲ ਵੀ ਸ਼ਾਮਲ ਹੈ, ਦੁਨੀਆ ਭਰ 'ਚ ਬੈਠੇ ਵੀ ਪੰਜਾਬੀ ਸ਼ਾਮਲ ਨੇ ਜਿਹੜੇ ਇਸ ਗੱਲ ਦੇ ਇੰਤਜ਼ਾਰ 'ਚ ਹੈ। ਬਹੁਤ ਵੱਡੀ ਤਾਂਘ ਹੈ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਮੁੜ ਖੁੱਲੇ। ਇਸ ਦੇ ਨਾਲ ਹੀ ਤੁਹਾਡੇ ਸਾਰਿਆਂ ਵੱਲੋਂ ਇੱਕ ਵਾਰ ਮੁੜ ਕੇ ਆਪਣੇ ਮਹਿਮਾਨਾਂ ਦਾ ਧੰਨਵਾਦੀ ਹਾਂ ਤੇ ਤੁਹਾਡੇ ਕੋਲੋਂ ਵੀ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।